ਕੀ ਤੁਹਾਡਾ ਪ੍ਰੈਸ਼ਰ ਬੜਾ ਤੁਹਾਡੇ ਡਿਪਾਰਟਮੈਂਟ ਦੇ ਬੰਦੇ ਹੀ ਕਹੀ ਜਾਂਦੇ ਅੰਤਰ ਦੇ ਖਿਲਾਫ ਇਹ ਕਰੋ ਉਹ ਕਰੋ, ਕੀ ਚੱਕਰ ਕੀ ਹੈ ਮੈਨੂੰ ਸਹੀ ਗੱਲ ਦੱਸ। ਇਹਨਾਂ ਦਾ ਰੀਡਰ ਆਇਆ ਜੀ ਮੇਰੇ ਕੋਲ, ਕਹਿੰਦਾ ਵੀ ਸਾਹਿਬ ਨੇ ਕਿਹਾ ਵੀ ਚਲੋ ਲੱਡਾ ਕੋਠੀ ਜਾਣਾ, ਸਾਹਿਬ ਨੇ ਸੈਰ ਕਰਨਾ। ਤਾਂ ਜਾਣਦੇ ਵੀ ਨਹੀਂ ਸੀ ਕਿਸੇ ਨੂੰ ਕੌਣ ਆ ਜੀ ਕੀ ਆ। ਡਿਪਟੀ ਸਾਹਿਬ ਦੇ ਗਨਮੈਨ ਨਾਲ ਜੀ, ਡਿਪਟੀ ਦਾ ਬੇਟਾ ਸੀਗਾ ਜੀ, ਬਾਕੀ ਦੂਸਰੇ ਬੰਦੇ ਸੀਗੇ ਜੀ। ਮੂਸੇਵਾਲਾ ਬਾਅਦ ਚ ਆਇਆ ਉਹਦੇ ਨਾਲ ਹੀ ਆਇਆ ਉਹਨਾਂ ਦੇ? ਨਹੀਂ, ਉਹ ਦੋਨੇ ਗੱਡੀਆਂ 'ਚ ਹੀ ਆਏ ਨੇ ਜੀ। ਉਹ ਅਸਲਾ ਤਾਂ ਬਿਲਕੁਲ ਓਰੀਜਨਲ ਸੀ ਨਾ, ਕੋਈ ਟॉय ਵੈਪਨ ਤਾਂ ਨਹੀਂ ਸੀ? ਠੀਕ ਹੈ, ਵੈਪਨ ਨਾਲ ਹੀ ਫਾਇਰ ਹੋਣਗੇ ਜੀ, ਟॉय ਨਾਲ ਤਾਂ ਹੋਣੇ ਨਹੀਂ। 47 ਚਲਾਈ ਕਿਨੇ ਆ ਉੱਥੇ? ਇਹ ਡਿਪਟੀ ਦਾ ਬੇਟਾ ਸੀਗਾ ਜੀ। ਇਹ ਚਾਰੇ ਬੰਦੇ ਇਹੀ ਸੀਗੇ, ਚਾਰੇ ਪ੍ਰਾਈਵੇਟ ਸਰ। ਫਿਰ ਪ੍ਰੈਕਟਿਸ ਫਾਇਰ ਕਿੱਦਾਂ ਲਿਖਤੇ? ਸਿੱਧੂ ਮੂਸੇਵਾਲੇ ਤੇ ਉਹਦੇ ਮੁੰਡਾ ਕਿੱਦਾਂ ਪ੍ਰੈਕਟਿਸ ਫਾਇਰ ਲਿਖ ਸਕਦੇ ਹੋ ਤੁਸੀਂ? ਜੋਸ਼ੀ ਸਾਹਿਬ ਨੂੰ ਪੁੱਛੀਏ, ਜੋਸ਼ੀ ਸਾਹਿਬ ਇਹ ਘਟਨਾ ਕਿਵੇਂ ਵਾਪਰੀ ਫਿਰ? ਸੋ ਇਹਦੀ ਸਾਨੂੰ ਵੀ ਪਤਾ ਵੀ ਅੰਤਰਜੀਤ ਨੂੰ ਕਿਹਨੇ ਕਿਹਾ ਕਾਲ ਕਰਨ ਨੂੰ, ਕਿਉਂ ਕੀਤਾ ਉਹਨੇ, ਕਿਉਂ ਸਾਨੂੰ ਕਾਲ ਕੀਤੀ। ਚਾਰਾਂ ਨੇ AK-47 ਚਲਾਈ ਆ, 20 ਰੌਂਦ ਫਾਇਰ ਕੀਤੇ ਆ, 20 ਰੌਂਦ ਕੀਤੇ ਉਹਨਾਂ ਨੇ ਫਾਇਰ। ਲੱਖ ਲਕੋਲੋ ਦਿਲ ਦੀ ਗੱਲ ਨੂੰ ਲੁਕਦੀ ਨਹੀਂ ਲੁਕਾਈ, ਝੂਠਾ ਬੰਦਾ ਗੱਲ ਕਰਦਾ ਵੀ ਰੱਖਦਾ ਨੀਵੀਂ ਪਾਈ। ਦੁਨੀਆ ਦਾ ਅੰਨਦਾਤਾ ਵੇਖੋ ਜੱਟ ਹੋਇਆ ਕਰਜਾਈ, ਠੰਡ 'ਚ ਸੜਕ ਤੇ ਸੌਂਦੇ ਨੇ ਕਈ ਮਿਲਦੀ ਨਹੀਂ ਰਜਾਈ, ਪਰ दारू ਪੀ ਕੇ ਸੁੱਤਿਆਂ ਤੇ ਕਈ ਗੱਡੀਆਂ ਜਾਨ ਚੜਾਈ। ਗੱਡੀ ਚੜ ਗਈ ਜਾਨ ਚਲੀ ਗਈ ਹੁੰਦੀ ਨਹੀਂ ਸੁਣਵਾਈ, ਠੰਡ 'ਚ ਸੜਕ ਤੇ ਸੌਂਦੇ ਨੇ ਕਈ ਮਿਲਦੀ ਨਹੀਂ ਰਜਾਈ, ਪਰ ਆਇਆ ਕਰੋਨਾ ਦੁਨੀਆ ਡਰ ਗਈ ਮੱਚੀ ਹਾਲ ਦੁਹਾਈ, ਹੱਥ ਵਿੱਚ AK-47 ਫੜ ਕੇ ਕਈ ਗੋਲੀਆਂ ਜਾਨ ਵਰਾਈ। ਗੋਲੀ ਚੱਲੀ ਰਪਟ ਹੋ ਗਈ ਪਰ ਧਾਰਾ ਮਾਮੂਲੀ ਲਾਈ, ਆਰਮਸ ਐਕਟ ਦੀ ਧਾਰਾ ਲਾਓ ਵਕੀਲਾਂ ਨੇ ਪਾਈ ਦੁਹਾਈ, ਪੁਲਿਸ ਤੇ ਕੰਨ ਤੇ ਜੂੰ ਨਹੀਂ ਸਰਕੀ ਹੁੰਦੀ ਨਹੀਂ ਸੁਣਵਾਈ, ਆਪਣੀ ਪਿਸਤੌਲ ਦੀ ਖਿਡੌਣਾ ਬਣਾ ਕੇ ਕੋਰਟ ਤੋਂ ਜ਼ਮਾਨਤ ਕਰਾਈ। ਹੁਣ ਆਡੀਓ ਅਸਲ ਦੀ ਲੀਕ ਹੋ ਗਈ ਤੇ ਮੱਚੀ ਹਾਲ ਦੁਹਾਈ, ਮੇਜਰ ਸੰਧੂ ਨੂੰ ਤੇਰੀ ਖੇਡ ਸਮਝ ਨਾ ਆਈ, ਮੇਜਰ ਸੰਧੂ ਨੂੰ ਤੇਰੀ ਖੇਡ ਸਮਝ ਨਾ ਆਈ। ਮਿੱਤਰੋ, ਇੱਕ ਕੱਲ ਦੀ ਆਡੀਓ ਲੀਕ ਹੋ ਗਈ ਹੈ ਤੇ ਉਹ ਰਵੀ ਜੋਸ਼ੀ ਸਾਹਿਬ ਨੇ ਕਿਹਦੇ ਨਾਲ ਗੱਲਬਾਤ ਕੀਤੀ, ਉਹਦੇ ਤੱਥ ਕੀ ਨੇ, ਇਹ ਸਾਰੀ ਗੁੱਥੀ ਸੁਲਝਾਉਣ ਵਾਸਤੇ ਆਪਾਂ ਉਹਨਾਂ ਨੂੰ ਅੱਜ ਤੁਹਾਡੇ ਰੂਬਰੂ ਕਰ ਰਹੇ ਹਾਂ। ਹੈਲੋ, ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੋਸ਼ੀ ਸਾਹਿਬ ਜੀ? ਹਾਂਜੀ, ਜੋਸ਼ੀ ਬੋਲ ਰਹੇ ਜੀ। ਕੌਣ ਸਾਹਿਬ ਬੋਲ ਰਹੇ? ਹਾਂਜੀ ਸਰ, ਮੈਂ ਸਰੋਰ ਤੋਂ ਬੋਲਦਾ ਸੀ, ਅੰਤਰਜੀਤ ਸਿੰਘ ਜੀ। ਅੰਤਰਜੀਤ ਬਾਈ ਪਛਾਣਿਆ ਨਹੀਂ, ਕੌਣ ਬੋਲ ਰਹੇ? ਹਾਂਜੀ, ASI ਅੰਤਰਜੀਤ ਸਿੰਘ ਸਰ। ਅੱਛਾ, ਹਾਂਜੀ ਅੰਤਰਜੀਤ ਜੀ, ਕੀ ਹਾਲ ਹੈ? ਹਾਂਜੀ ਠੀਕ ਹੈ ਸਰ, ਕਿਰਪਾ ਜੀ ਤੁਹਾਡੀ। ਬਹੁਤ ਵਧੀਆ। ਹੋਰ ਤੁਸੀਂ ਸੁਣਾਓ, ਕੀ ਘਰ ਪਰਿਵਾਰ ਠੀਕ ਹੈ ਵੀਰ? ਹਾਂਜੀ ਸਰ। ਕੀ ਤੁਹਾਡਾ ਪ੍ਰੈਸ਼ਰ ਬੜਾ ਤੁਹਾਡੇ ਡਿਪਾਰਟਮੈਂਟ ਦੇ ਬੰਦੇ ਹੀ ਕਹੀ ਜਾਂਦੇ ਅੰਤਰ ਦੇ ਖਿਲਾਫ ਇਹ ਕਰੋ ਉਹ ਕਰੋ, ਕੀ ਚੱਕਰ ਕੀ ਹੈ ਮੈਨੂੰ ਸਹੀ ਗੱਲ ਦੱਸ। ਸਰ ਚੱਕਰ ਤਾਂ ਇਹ ਵੀ 1 ਮਹੀਨਾ ਤਕਰੀਬਨ ਮੈਨੂੰ ਪ੍ਰੈਸ਼ਰ ਲੈ ਕਰਦੇ ਰਹੇ DSP ਸਾਹਿਬ। DSP ਕਿਹੜਾ? ਕਰਾਉਣ ਵਾਸਤੇ ਜਿਹੜਾ ਵਿਰਕ ਸਾਹਿਬ। ਹਾਂਜੀ, ਵਿਰਕ ਕਿਹੜਾ ਨੇ? ਵਿਰਕ ਵੀ 2 ਨੇ ਨਾ। DSP ਦਲਜੀਤ ਵਿਰਕ ਜੀ, ਜਿਹੜੇ ਸਾਡੇ DSP ਹੈਡਕੁਆਟਰ ਲੱਗੇ ਹੋਏ ਸਰ, ਸਾਡੇ ਇੰਚਾਰਜ। ਅੱਛਾ। ਹਾਂਜੀ, ਉਹ ਫਾਇਰ ਬਾਰੇ ਕਹਿੰਦੇ ਰਹੇ ਵੀ ਫਾਇਰ ਕਰਕੇ ਆਉਣਾ, ਲੱਡਾ ਕੋਠੀ ਮੈਂ ਜਾਣਾ। ਤੇ ਚਲੋ ਆਪਾਂ ਨੂੰ ਪਤਾ ਹੀ ਵੀ ਕਰਫਿਊ ਲੱਗਿਆ ਹੋਇਆ ਜੀ, ਲੋਕਡਾਊਨ ਚੱਲਦਾ ਸੀ। ਚਲੋ ਮੈਂ 1 ਮਹੀਨਾ ਜੀ ਟਾਲ ਮਟੋਲ ਕਰਦਾ ਰਿਹਾ, ਜਾਇਆ ਆਉਂਦਾ ਸੀ, ਲੱਡੇ ਮੁੜਿਆ ਆਉਂਦਾ ਸੀਗਾ ਜੀ। ਤੇ 25 ਤਰੀਕ ਨੂੰ ਸਰ ਇਹਨਾਂ ਨੇ 1 ਮਹੀਨਾ ਲਗਾਤਾਰ ਕਹਿੰਦੇ ਰਹੇ ਤੈਨੂੰ ਫਾਇਰ ਕਰਾਣੇ AK-47 ਤੋਂ? ਹਾਂਜੀ ਮੈਂ ਸਰ ਹੁਣ ਇਹਦਾ ਸਰ ਆਪਾਂ ਨੂੰ ਕਾਮਨ ਸੈਂਸ ਹੀ ਆ ਵੀ ਉਹ ਕਰਫਿਊ ਲੱਗਿਆ, ਆਪਾਂ ਕਿਵੇਂ ਫਾਇਰ ਕਰਾਂਗੇ ਸਰ? ਨਹੀਂ ਮੇਰੇ ਵੀਰ ਅੰਤਰ, ਮੈਨੂੰ ਗੱਲ ਦੱਸ ਦੇ ਤੂੰ ਭਰਾ, ਮੈਨੂੰ ਤੂੰ ਇਹ ਦੱਸ ਵੀ 1 ਮਹੀਨਾ ਲਗਾਤਾਰ ਇਹ ਜਿਹੜਾ ਇਹ ਇਨਸੀਡੈਂਟ ਤੋਂ ਪਹਿਲਾਂ ਵੀ ਤਕਰੀਬਨ ਅਪ੍ਰੈਲ ਦਾ ਮਹੀਨਾ ਮੈਨੂੰ ਕਹਿੰਦੇ ਰਹੇ ਜੀ। 25 ਤਰੀਕ ਤੋਂ ਸਰ ਮੈਂ ਡਾਕ ਕਢਾਉਣ ਗਿਆ ਇਹਨਾਂ ਤੋਂ। 25 ਤਰੀਕ ਤੋਂ? 25 ਅਪ੍ਰੈਲ ਜੀ। ਹਾਂ। ਤੇ ਡਾਕ ਕਢਾਉਣ ਗਿਆ, ਮੈਨੂੰ ਫਿਰ ਕਹਿੰਦੇ ਵੀ ਡਾਕ ਮੈਂ ਫਿਰ ਕੱਢੂ, ਪਹਿਲਾਂ ਤੂੰ ਫਾਇਰ ਕਰਨਾ, ਰਿੰਗ ਦਾ ਅਰੇਂਜਮੈਂਟ ਕਰਕੇ ਆ, ਬੁੱਕ ਕਰਕੇ ਆ। ਅੱਛਾ, ਤੇ ਇਹਨੂੰ ਕੀ ਕਰਨਾ ਸਰ? ਇਹਦਾ ਪਤਾ ਨਹੀਂ ਜੀ ਹੁਣ ਆਪਾਂ ਨੂੰ ਕੀ ਸੀਗਾ ਜੀ, ਉਹ ਤਾਂ ਹੁਣ ਚਲੋ ਜੀ 25 ਤੇ ਫਿਰ ਅਖੀਰ ਮੈਂ ਕਿਹਾ, ਮੈਂ ਸਰ ਵੀ ਲੋਕਡਾਊਨ ਆ, ਕਰਫਿਊ ਲੱਗਿਆ ਵੀ ਲੋਕ ਮਰੀਆਂ ਸਰ ਨੂੰ ਫਾਇਰ ਦੀ ਹੋਈ ਆ ਜੀ, ਕੋਈ ਗੱਲ ਨਹੀਂ ਕਰਫਿਊ ਕੱਢ ਦਿਓ ਤੇ ਉਸ ਤੋਂ ਬਾਅਦ ਆਪਾਂ ਫਾਇਰ ਕਰ ਲਾਂਗੇ ਜੀ।
ਤੇ ਮੈਨੂੰ ਕਹਿੰਦੇ ਨਹੀਂ ਤੂੰ ਜਾ ਕੇ ਆ। ਚਲੋ ਮੈਂ ਗਿਆ ਜੀ, ਲੱਡੇ ਜਾ ਕੇ ਫੇਰ ਮੁੜਿਆ ਜੀ। ਉਹ ਕੁਦਰਤੀ DSP ਸਾਹਿਬ ਦੀ ਡਿਊਟੀ ਲੱਗੀ ਹੋਈ ਸੀ, ਇਹਦੇ ਕਰਕੇ ਕਰਫਿਊ ਕਰਕੇ ਜੀ। ਮੈਂ ਜਿਹੜਾ ਆ ਕੇ ਫਿਰ ਮੈਂ ਦੱਸਤਾ ਜੀ। ਫਿਰ 30 ਤਰੀਕ ਨੂੰ ਫੇਰ ਜੀ ਮੈਨੂੰ ਕਹਿੰਦੇ ਵੀ ਤੂੰ ਜਾ ਕੇ ਆ। ਜਿਆਦਾ ਪ੍ਰੈਸ਼ਰ ਪਾਉਣ ਲੱਗੇ, ਮੈਂ ਜਾ ਕੇ ਫੇਰ ਮੁੜਿਆ ਜੀ। ਮੈਂ ਵੀ ਸਰ ਮਿਲੇ ਨਹੀਂ ਮੈਨੂੰ। ਫਿਰ 1 ਤਰੀਕ ਨੂੰ ਇਹ ਮੈਨੂੰ ਕਹਿੰਦੇ ਵੀ ਅਰੇਂਜ ਹੋ ਗਿਆ, ਬੁੱਕ ਹੋ ਗਈ ਤੇ ਫਾਇਰ ਕਰਨਾ, ਤੁਸੀਂ ਉੱਥੇ ਚਲੋ। ਹਾਂਜੀ ਬਿਰਕ ਸਾਹਿਬ ਜੀ। ਅੱਛਾ। ਇਹਨਾਂ ਦਾ ਰੀਡਰ ਆਇਆ ਜੀ ਮੇਰੇ ਕੋਲ, ਕਹਿੰਦਾ ਵੀ ਸਾਹਿਬ ਨੇ ਕਿਹਾ ਵੀ ਚਲੋ ਲੱਡਾ ਕੋਠੀ ਜਾਣਾ, ਸਾਹਿਬ ਨੇ ਫਾਇਰ ਕਰਨਾ। ਚਲੋ ਅਸੀਂ ਬੰਦਿਆਂ ਚੋਂ ਰੀਡਰ ਕੌਣ ਹੈ ਇਹਦਾ? ਬਲਕਾਰ ਸਿੰਘ ਆ ਜੀ। ਅੱਛਾ, ਉਹ ਆ ਗਿਆ ਫਿਰ, ਠੀਕ ਹੈ। ਹਾਂਜੀ। ਤੇ ਚਲੋ ਅਸੀਂ ਲੱਡੇ ਚੱਲ ਗਏ ਸਰ। ਜੋ ਲੱਡੇ ਗਏ ਅਸੀਂ ਜਾ ਕੇ ਅਸੀਂ ਤਾਂ ਆਪਦਾ ਪਿੱਛੇ ਬੈਠਦੇ ਹੁੰਦੇ ਜੀ, ਰੇਂਜ ਫਾਇਰ ਕਰਦੇ ਉਦੋਂ ਪਿੱਛੇ ਬਣੀ ਹੁੰਦੀ ਸਾਡੀ ਪੋਸਟ ਬਣੀ ਹੁੰਦੀ ਜੀ, ਵੈਪਨ ਲੈ ਕੇ ਅਸੀਂ ਉੱਥੇ ਬੈਠਦੇ ਹਾਂ। ਅਸੀਂ ਆਪਦਾ ਉੱਥੇ ਬੈਠ ਗਏ ਜੀ। ਉਹਨਾਂ ਨੇ ਬਲਕਾਰ ਸਿੰਘ ਨੇ ਡਿਪਟੀ ਸਾਹਿਬ ਨੂੰ ਫੋਨ ਕਰਤਾ ਜੀ ਵੀ ਸਰ ਆ ਗਏ ਅਸੀਂ। ਤੇ ਉਹ ਕਹਿੰਦੇ ਵੀ ਬਸ ਆ ਰਹੇ ਹਾਂ। ਚਲੋ 10 ਮਿੰਟ ਬਾਅਦ ਜੀ, ਉਦੋਂ ਬਾਅਦ 2 ਪ੍ਰਾਈਵੇਟ ਗੱਡੀਆਂ ਆਈਆਂ ਜੀ। ਇਹ ਗੱਡੀਆਂ ਦੇ ਵਿੱਚੋਂ ਜਿਹੜੇ ਇਹ ਆਪਣਾ ਡਿਪਟੀ ਦਾ ਅਸੀਂ ਤਾਂ ਜਾਣਦੇ ਵੀ ਨਹੀਂ ਸੀ ਕਿਸੇ ਨੂੰ ਕੌਣ ਆ ਜੀ ਕੀ ਆ। ਡਿਪਟੀ ਸਾਹਿਬ ਦੇ ਗਨਮੈਨ ਨਾਲ ਜੀ, ਡਿਪਟੀ ਦਾ ਬੇਟਾ ਸੀਗਾ ਜੀ, ਬਾਕੀ ਦੂਸਰੇ ਬੰਦੇ ਸੀਗੇ ਜੀ। ਚਲੋ ਮੂਸੇਵਾਲਾ ਬਾਅਦ ਚ ਆਇਆ, ਉਹਦੇ ਨਾਲ ਹੀ ਆਇਆ ਉਹਨਾਂ ਦੇ? ਨਹੀਂ, ਉਹ ਦੋਨੇ ਗੱਡੀਆਂ 'ਚ ਹੀ ਆਏ ਨੇ ਜੀ ਉਹ। ਅੱਛਾ, ਟੋਟਲ? ਹਾਂਜੀ, ਇਹ ਉੱਤੇ ਆਪਦੇ ਵੈਪਨਾਂ ਨਾਲ ਉੱਥੇ ਫਾਇਰ ਕਰਨ ਲੱਗੇ ਜੀ ਇਹ। ਅੱਛਾ। ਹਾਂਜੀ, ਚਲੋ ਮੈਂ ਦੇਖਿਆ ਵੀ ਜਿਹੜੀ ਜ਼ਮੀਨ ਸੀਗੀ ਉਹ ਆਪਣੀ ਛੁੱਟੀ ਉਹ ਉਧਰ ਕਹਿੰਦੇ, ਨਾਲੇ ਸੁਣਨ ਚ ਆਇਆ ਸੀ ਵੀ ਉਹ ਬੰਦਿਆਂ ਨੂੰ ਕੱਢਿਆ ਵਿੱਚੋਂ। ਨਹੀਂ ਸਰ, ਮੈਂ ਸਰ ਨੂੰ ਦੱਸਦਾ, ਮੈਂ ਇਹ ਲੱਡਾ ਕੋਠੀ ਦੀ ਦੱਸ ਰਿਹਾ ਜੀ ਪਹਿਲਾਂ। ਅੱਛਾ, ਲੱਡਾ ਕੋਠੀ ਦੀ, ਓਕੇ ਠੀਕ ਹੈ। ਹਾਂ, ਪਹਿਲਾਂ ਸਰ ਅਸੀਂ ਤਾਂ ਲੱਡਾ ਕੋਠੀ ਜਾਣੀ, ਉੱਥੇ ਤਾਂ ਅਸੀਂ ਸਾਡਾ ਕੋਈ ਆਈਡੀਆ ਨਹੀਂ ਸੀ ਬਣਦਾ ਜੀ। ਅੱਛਾ, ਠੀਕ ਹੈ, ਲੱਡਾ ਕੋਠੀ ਚੱਲ ਗਏ, ਠੀਕ ਹੈ। ਹਾਂਜੀ। ਤੇ ਚਲੋ ਮੈਂ ਉਹਨਾਂ ਦੇ ਲੈਣ ਅਫਸਰ ਨੂੰ ਫੋਨ ਕੀਤਾ ਜੀ। ਮੈਂ ਵੀ ਸਰ ਵੀ ਡਿਪਟੀ ਸਾਹਿਬ ਆਏ ਨਹੀਂ, ਵੀ ਫਾਇਰ ਪਹਿਲਾਂ ਕਰਨ ਲੱਗੇ, ਵੀ ਤੁਸੀਂ ਆ ਕੇ ਮਾੜੇ ਰੋਕੋ। ਤੇ ਉਹ ਆਏ, ਉਹਨਾਂ ਨੇ ਇਹਨੂੰ ਰੀਡਰ ਨੂੰ ਪੁੱਛਿਆ ਵੀ ਡਿਪਟੀ ਸਾਹਿਬ ਕਿਹੜੇ ਨੇ? ਉਹ ਕਹਿੰਦਾ ਵੀ ਡਿਪਟੀ ਆਉਂਦੇ ਆ। ਕਹਿੰਦਾ ਵੀ ਫਿਰ ਫਾਇਰ ਬੰਦ ਕਰੋ। ਵੀ ਜਦੋਂ ਡਿਪਟੀ ਸਾਹਿਬ ਆਏ ਨਹੀਂ ਤੁਸੀਂ ਫਾਇਰ ਵੀ। ਉਹ ਕਿਹਨੇ ਰੋਕਿਆ? ਉਹ ਲੈਣ ਅਫਸਰ ਨੇ ਜੀ, ਲੱਡਾ ਕੋਠੀ ਦੇ ਲੈਣ ਅਫਸਰ ਨੇ ਜੀ। ਉਹ ਕੌਣ? ਉਹ ਲੈਣ ਅਫਸਰ ਹੈ ਜੀ, ਜੀਤ ਸਿੰਘ ਨੇ ਜੀ। ਅੱਛਾ, ਫੇਰ? ਤੇ ਇਹ ਕਹਿੰਦਾ ਵੀ ਸਾਡੀ ਗੱਲ ਹੋਈ ਆ, ਰੇਂਜ ਬੁੱਕ ਕਰਾਈ, ਡਿਪਟੀ ਸਾਹਿਬ ਦੀ ਕਮਾਂਡੈਂਟ ਨਾਲ ਗੱਲ ਹੋਈ ਆ, ਅਸੀਂ ਨਹੀਂ ਬੰਦ ਕਰਦੇ। ਫਿਰ ਮੈਂ ਉੱਠ ਕੇ ਮੈਂ ਚੱਲ ਗਿਆ ਜੀ। ਮੈਂ ਵੀ ਰੇਂਜ ਦੇ ਰੂਲ ਹੁੰਦੇ ਆ ਕਿ ਜਿਉਂ ਵੱਟ ਅਫਸਰ ਲੱਗਦਾ ਉਸ ਤੋਂ ਬਾਅਦ ਫਾਇਰ ਹੁੰਦਾ, ਵੀ ਆਪਾਂ ਨੂੰ ਫਾਇਰ ਬੰਦ ਕਰਨਾ ਪੈਣਾ। ਚਲੋ ਸਰ ਉਹਨਾਂ ਨੇ ਮਨਾ ਕਰਤਾ ਜੀ। ਅਸੀਂ ਉੱਥੋਂ ਵਾਪਸ ਆਪਦੇ ਦਫ਼ਤਰ ਆ ਗਏ ਜੀ, ਲੱਡੇ ਤੋਂ। ਫਾਇਰ ਇਹਨਾਂ ਨੇ ਬੰਦ ਕਰਤਾ, ਆਪਦੇ ਵੈਪਨ ਦੇ ਕੀਤੇ ਉੱਥੋਂ ਕਰਕੇ ਚਲੋ ਆ ਗਏ। ਉੱਥੇ ਟੋਟਲ ਕਿੰਨੇ ਬੰਦੇ ਸੀ? 9 ਬੰਦੇ ਤੁਸੀਂ ਸੀਗੇ ਜਾਂ ਆਪਣੇ 9 ਬੰਦੇ ਉਹ ਸੀਗੇ, ਜਾਂ ਤੁਹਾਡੇ ਤੋਂ ਇਲਾਵਾ ਵੀ ਕੋਈ ਹੋਰ ਸੀਗੇ ਉੱਥੇ ਹੋਰ ਬੰਦੇ? ਨਹੀਂ ਸਰ, ਸਾਡੇ ਤੋਂ ਇਲਾਵਾ ਕੋਈ ਨਹੀਂ ਸਰ। ਅੱਛਾ, ਲੱਦਾ ਕੋਠੀ ਉੱਥੇ ਤੁਹਾਡੇ ਤੋਂ ਇਲਾਵਾ ਕੋਈ ਨਹੀਂ? ਬਾਕੀ ਹੋਰ ਮੁੰਡੇ ਤਾਂ ਬਾਂਸਰ ਜਿਹਾ ਵੀ ਸੀਗਾ ਉੱਥੇ, ਫੋਟੋਆਂ 'ਚ ਹੈਗਾ। ਤੇ ਇੱਕ ਉਹ ਮੁੰਡਾ ਕੋਈ ਨਹੀਂ? ਹਾਂ, ਉਹ ਜਿਹੜਾ ਉਹ ਹੈਗਾ ਜੀ ਆਪਣਾ ਕੀ ਨਾਮ ਆ ਸਰ ਉਹਦਾ, ਲਹਿਲ ਆ, ਜਿਹੜਾ ਲਹਿਲ ਕਹਿੰਦੇ ਨੇ। ਹਾਂ, ਉਹਦੇ ਨਾਲ ਬਾਂਸਰ ਹੁੰਦੇ ਨੇ ਜੀ, ਉਹਦੇ ਨਾਲ ਹੀ ਹੁੰਦੇ ਨੇ 2 ਮੁੰਡੇ। ਉਹ ਉੱਥੇ ਹੈਗੇ ਸੀ, ਉਹ ਲੱਡੇ ਵੀ ਹੈਗੇ ਸੀ। ਅੱਛਾ, ਉਹ ਲੱਡੇ ਵੀ ਆ। ਅੱਛਾ, ਫਿਰ ਉਸ ਤੋਂ ਬਾਅਦ ਤੁਸੀਂ ਉੱਥੋਂ ਨਿਕਲ ਗਏ? ਫਿਰ ਅਸੀਂ ਦਫ਼ਤਰ ਆ ਗਏ ਜੀ, ਆਪਦਾ ਚੱਲ ਗਏ ਜੀ। ਉਸ ਤੋਂ ਬਾਅਦ ਅੱਧੇ ਪੌਣੇ ਘੰਟੇ ਬਾਅਦ ਮੇਰੇ ਕੋਲ ਰੀਡਰ ਫੇਰ ਆ ਗਿਆ ਜੀ। ਮੇਰੇ ਦਫ਼ਤਰ ਜੀ। ਤੇ ਮੈਨੂੰ ਕਹਿੰਦਾ ਵੀ ਚੱਲ ਫਾਇਰ ਕਰਨਾ। ਮੈਂ ਯਾਰ ਮੇਰੀ ਗੱਲ ਸੁਣ, ਜਿਹੜੀ ਲੱਡਾ ਕੋਠੀ ਵਾਲੀ ਸੀਗੀ ਉਹਦੇ 'ਚ ਕੋਈ ਇਹ ਟੋਏ ਵੈਪਨ ਤਾਂ ਨਹੀਂ ਸੀਗਾ ਨਾ ਕੋਈ ਆਪਣੇ, ਜਾਂ ਕੋਈ ਏਦਾਂ ਵੀ ਅਸਲਾ ਤਾਂ ਬਿਲਕੁਲ ਓਰੀਜਨਲ ਸੀ ਨਾ? ਕੋਈ ਟੋਏ ਵੈਪਨ ਤਾਂ ਨਹੀਂ ਸੀ? ਨਹੀਂ ਸਰ, ਅਸੀਂ ਤਾਂ ਕੋਲ ਗਏ ਹੀ ਨਹੀਂ, ਅਸੀਂ ਤਾਂ ਪਿੱਛੇ ਬੈਠੇ ਰਹੇ ਜੀ। ਸਾਨੂੰ ਕੁਛ ਨਹੀਂ, ਇਹਨਾਂ ਨੇ ਫਾਇਰ ਕੀਤੇ ਵੈਪਨ ਨਾਲ ਹੀ ਫਾਇਰ ਹੋਣਗੇ ਜੀ, ਟੋਏ ਨਾਲ ਤਾਂ ਹੋਣੇ ਨਹੀਂ। ਨਹੀਂ, ਮੈਂ ਕਿਹਾ ਵੈਸੇ ਗੱਲ ਕਰਦਾ, ਮੈਂ ਕਿਹਾ ਟੋਏ ਵੈਪਨ ਤਾਂ ਨਹੀਂ ਸੀ ਕਿਤੇ? ਬਾਅਦ 'ਚ ਕਹਿੰਦੇ ਨੇ ਟੋਏ ਵੈਪਨ। ਹਾਂਜੀ, ਨਹੀਂ ਸਰ, ਫਾਇਰ ਵੈਪਨ ਨਾਲ ਹੀ ਹੋਣਗੇ ਜੀ। ਅੱਛਾ, ਠੀਕ ਹੈ। ਕਿਹਨੇ? ਚਲੋ ਸਰ ਹੁਣ ਅਸੀਂ ਤਾਂ ਮੁਤਹਿਦ ਲੱਗੇ ਜੀ ਅਫਸਰ ਨੂੰ। ਡਿਪਟੀ ਨੇ ਕਹਿੰਦੇ ਮੇਰੀ ਪਰਸਨਲ ਰੇਂਜ ਹੈ? ਹਾਂਜੀ। ਅੱਛਾ। ਉੱਥੋਂ ਖੱਡਾ ਲੱਗਿਆ ਹੋਇਆ, ਟਰੈਕਟਰ ਵਾਲੇ ਰੋਕੇ ਹੋਏ। ਚਲੋ ਮੁੰਡਾ ਜਾਣਦਾ ਸੀ, ਉਹ ਮੇਰੇ ਕੋਲ ਆ ਕੇ ਅਸੀਂ ਗੱਲਾਂ ਕਰੀਆਂ ਨੇ। ਇਹਨਾਂ ਨੇ ਰੀਡਰ ਨੇ ਕੀ ਕੀਤਾ, ਫਾਇਰ ਕਰਨ ਲੱਗ ਪਈ ਜੀ ਉਹ। ਅੱਛਾ, ਰੀਡਰ ਨੇ, ਬਲਕਾਰ ਸਿੰਘ ਨੇ? ਹਾਂਜੀ। ਇਹ ਬਲਕਾਰ ਸਿੰਘ ਤੇ ਗਨਮੈਨ ਸੀਗਾ। AK-47 ਸੀਗਾ, ਉਹ ਤਾਂ ਕੋਤ ਇੰਚਾਰਜ ਤਾਂ ਬ੍ਰਦਰ ਤੂੰ ਹੈ, ਤੂੰ ਲੈ ਕੇ ਆਇਆ ਹੋਣਾ। ਹਾਂਜੀ, ਗੱਡੀ ਸਰ DSP ਸਾਹਿਬ ਦੀ ਸੀ, ਵੈਪਨ ਉਠਾਇਆ ਰੀਡਰ ਨੇ ਜੀ। ਨਹੀਂ, ਗੱਡੀ ਸਰਕਾਰੀ ਸੀ, ਪ੍ਰਾਈਵੇਟ ਸੀਗੀ? ਨਹੀਂ, ਪ੍ਰਾਈਵੇਟ ਸਰ, ਪ੍ਰਾਈਵੇਟ। DSP ਦੀ ਗੱਡੀ ਸੀ? ਹਾਂਜੀ, DSP ਸਾਹਿਬ ਦੀ ਗੱਡੀ ਸੀ। ਲੈਣ ਕੌਣ ਆਇਆ? 2 DSP ਸਾਹਿਬ ਦੇ ਗਨਮੈਨ ਸੀਗੇ ਸਰ।
ਰੀਡਰ ਸੀਗਾ ਜੀ ਸਾਡੇ ਨਾਲ। ਡਿਪਟੀ ਸਾਹਿਬ ਨੇ ਕਿਹਾ ਵੀ ਮੈਂ ਆ ਰਿਹਾ ਤੇ ਮੇਰੀ ਪ੍ਰਾਈਵੇਟ ਬੁਲਟਸ ਕਿੰਨੀਆਂ ਚੱਕੀਆਂ ਰੌਂਦ? ਹਾਂਜੀ, ਬੁਲਟਸ ਕਿੰਨੀਆਂ ਚੱਕੀਆਂ ਨਾਲ ਤੁਸੀਂ ਗੋਲੀਆਂ? ਅਸੀਂ ਸਰ ਉੱਥੇ 50 ਲੈ ਕੇ ਗਏ ਸੀਗੇ, 20 ਫਾਇਰ ਕੀਤੇ ਜੀ। ਇਹ ਜਦੋਂ ਫਾਇਰ ਕਰਨ ਲੱਗੇ ਸਰ, ਮੈਂ ਤੇ ਅਸੀਂ ਪਿੱਛੇ ਖੜੇ ਸੀਗੇ। ਮੈਂ ਇਹਨੂੰ ਰੀਡਰ ਨੂੰ ਕਿਹਾ ਮੈਂ ਡਿਪਟੀ ਸਾਹਿਬ ਕਹਿੰਦਾ ਗੱਲ ਹੋ ਗਈ, ਮੈਂ ਯਾਰ ਫਾਇਰ ਬੰਦ ਕਰ। ਚਲੋ ਮੈਂ ਭੱਜ ਕੇ ਜਾ ਕੇ ਜਦੋਂ ਫਾਇਰ ਕਰ ਰਹੇ ਸੀ ਪਿੱਛੋਂ ਅਸੀਂ, ਮੈਂ ਭੱਜ ਕੇ ਜਾ ਕੇ ਫਾਇਰ ਬੰਦ ਕਰਤਾ ਜੀ। ਮੈਂ ਯਾਰ ਡਿਪਟੀ ਫੇਰ ਨਹੀਂ ਆਇਆ, ਮੈਂ ਤੂੰ ਫਾਇਰ ਕਰਾ ਰਿਹਾ ਇਹਨੂੰ ਕਿਹਾ ਰੀਡਰ ਨੂੰ। ਚਲੋ ਸਰ ਮੈਂ ਫਾਇਰ ਰੋਕਦਾ, ਮੈਂ ਵੀ ਜਾ ਡਿਪਟੀ ਸਾਹਿਬ ਨਾਲ ਗੱਲ ਕਰਾ। ਇਹ ਉੱਥੇ ਕਰਕੇ ਜੀ ਗੱਲ ਜੀ ਕਰਨ ਲੱਗਿਆ। ਚਲੋ ਮੈਂ ਕਿਹਾ ਬਈ ਮੈਨੂੰ ਨਹੀਂ ਪਤਾ, ਮੈਂ ਸਾਨੂੰ ਵਾਪਸ ਛੱਡ ਕੇ ਆਓ, ਅਸੀਂ ਨਹੀਂ ਇੱਥੇ ਖੜਦੇ। ਚਲੋ ਸਰ ਸਾਨੂੰ ਇਹਨਾਂ ਨੇ ਬਿਠਾਇਆ ਗੱਡੀ ਚ, ਵਾਪਸ ਦਫ਼ਤਰ ਛੱਡ ਗਏ ਜੀ। ਇਹ ਅਸੀਂ ਦਫ਼ਤਰ ਆ ਗਏ ਜੀ, ਡਿਪਟੀ ਸਾਹਿਬ ਉੱਥੇ ਆਏ ਜੀ ਫੇਰ। ਅੱਛਾ, ਉਹ ਡਿਪਟੀ ਸਾਹਿਬ ਦੀ ਗੱਲ ਹੋਈ। ਅੱਛਾ, ਤੇ ਉੱਥੇ 147 ਚਲਾਈ ਕਿਨੇ ਉੱਥੇ ਵੀਡੀਓ? ਹਾਂ, ਇਹ ਡਿਪਟੀ ਦਾ ਬੇਟਾ ਸੀਗਾ ਜੀ। ਚਾਰੇ ਬੰਦੇ ਇਹ ਸੀਗੇ, ਚਾਰੇ ਪ੍ਰਾਈਵੇਟ ਸਰ। ਨਹੀਂ, ਚਾਰੋਂ ਪ੍ਰਾਈਵੇਟ ਬੰਦੇ ਨਹੀਂ ਚਲਾਈ ਆ। ਉਹ ਜੰਗਸ਼ੇਰ ਜਿਹੜਾ ਡਿਪਟੀ ਦਾ ਬੇਟਾ ਉਹਨੇ ਚਲਾਈ ਆ? ਜਿਹੜਾ ਡਿਪਟੀ ਦਾ ਬੇਟਾ ਜੰਗਸ਼ੇਰ ਵਿਰਕ ਦਾ ਬੇਟਾ, ਹਾਂਜੀ, ਉਹਨੇ ਵੀ ਚਲਾਈ ਸੀ ਸਰ। ਅਸੀਂ ਤਾਂ ਪਿੱਛੇ ਖੜੇ ਸੀਗੇ ਜਦੋਂ ਫਾਇਰ। ਵੀਡੀਓ ਦੇ ਵਿੱਚ ਤਿੰਨ, ਮੇਰੀ ਗੱਲ ਸੁਣ ਅੰਤਰਵੀਰ, ਵੀਡੀਓ ਦੇ ਵਿੱਚ 3 ਬੰਦੇ ਚਲਾਉਂਦੇ ਨੇ। ਇੱਕ ਤਾਂ ਕਰਮ ਸਿੰਘ, ਇੱਕ ਚਲਾ ਰਿਹਾ ਸਿੱਧੂ ਮੂਸੇ ਵਾਲਾ, ਇੱਕ ਜਿਹੜਾ ਮੁੰਡਾ ਹੈਗਾ ਜਿਹੜਾ ਇੰਦਰਵੀਰ ਗਰੇਵਾਲ, ਤੇ ਚੌਥਾ ਜਿਹੜਾ ਜੰਗਸ਼ੇਰ ਹੈ ਉਹ ਵੀਡੀਓ ਦੇ ਵਿੱਚ ਪਿੱਛੇ ਖੜਾ। ਉਹਨੇ ਚਲਾਈ ਸੀ ਜਾਂ ਨਹੀਂ ਚਲਾਈ? ਹਾਂ, ਉਹਨੇ ਵੀ ਚਲਾਈ ਹੈ, ਚਾਰਾਂ ਨੇ ਚਲਾਈ ਹੈ ਜੀ ਇਹਨਾਂ ਨੇ। ਅੱਛਾ, ਉਹਨੇ ਚਾਰਾਂ ਨੇ ਚਲਾਈ ਹੈ। ਉਹਦੀ ਵੀਡੀਓ ਹੈਗੀ? ਨਹੀਂ ਸਰ, ਮੈਂ ਤਾਂ ਵੀਡੀਓ ਦਾ ਉੱਥੇ ਹੀ ਮੈਂ ਉਹਨਾਂ ਨੂੰ ਮਨਾ ਕੀਤਾ ਸੀਗਾ ਜੀ। ਤੂੰ ਬਿਆਨਾਂ ਦੇ ਵਿੱਚ ਲਿਖਾਇਆ ਉੱਥੇ 161 ਦੇ ਬਿਆਨਾਂ 'ਚ ਲਿਖਾਇਆ ਵੀ ਡੀਐਸਪੀ ਉਹਦੇ 161 ਦੇ ਬਿਆਨ 'ਚ ਕੀ ਲਿਖਾਇਆ ਤੂੰ? ਮੈਂ ਜਿਹੜਾ ਕੁਛ ਇਹ ਹੋਇਆ ਜੀ ਸਾਰੀ ਸੱਚਾਈ ਇਹੀ ਲਿਖਾਈ ਹੈ ਜੀ। ਨਹੀਂ, ਤੇਰੇ ਤੋਂ ਕਿਸੇ ਨੇ ਐਸਪੀ ਭਾਰਦਵਾਜ ਜਿਹੜਾ ਹੈਗੇ ਨੇ ਉਹਨਾਂ ਨੇ ਕੋਈ ਤੇਰੇ ਤੋਂ ਜ਼ਬਰਦਸਤੀ ਦਾ ਨਹੀਂ ਲਿਖਾਇਆ ਵੀ ਕਿਤੇ ਤੋਂ ਡਰਾ ਧਮਕਾ? ਨਹੀਂ ਸਰ, ਭਾਰਦਵਾਜ ਸਾਹਿਬ ਨੇ ਬਿਲਕੁਲ ਜ਼ਬਰਦਸਤੀ ਨਹੀਂ ਜੀ। ਮੈਂ ਉਹਨਾਂ ਨੂੰ ਕਿਹਾ ਵੀ ਮੈਂ ਰੱਬ ਨੂੰ ਜਾਣ ਲੈਣੀ ਸਰ, ਮੈਂ ਬਿਲਕੁਲ ਝੂਠ ਨਹੀਂ ਬੋਲਦਾ। ਮੇਰੇ ਤੇ ਡਿਪਟੀ ਸਾਹਿਬ ਬਹੁਤ ਪ੍ਰੈਸ਼ਰ ਪਾਉਂਦੇ ਰਹੇ ਜੀ, ਵਿਰਕ ਸਾਹਿਬ। ਵੀ ਫਿਰ ਬੈਸਨ ਆ ਜਿਹੜਾ ਤੂੰ ਮੇਰੇ ਗਨਮੈਨ ਦੇ ਨਾਂ ਤੇ ਕਰਦੇ, ਕਦੇ ਕਹਿੰਦੇ ਸੀ ਰੀਡਰ ਦੇ ਨਾਂ ਤੇ ਕਰਦੇ। ਮੈਂ ਸਰ ਵੀ ਮੈਂ ਗਲਤ ਕੰਮ ਨਹੀਂ ਕਰਦਾ, ਬਿਲਕੁਲ ਨਹੀਂ ਕਰਦਾ। ਰਜਿਸਟਰ 'ਚ ਐਂਟਰੀ ਉਹ ਹੁਣ ਫਿਰ ਤੈਨੂੰ ਵੈਪਨ ਵਾਪਸ ਜਮ੍ਹਾਂ ਕਰ ਲਿਆ। ਉਹ ਜਮ੍ਹਾਂ ਕਰਾਉਣ ਵਾਪਸ ਕੌਣ ਆਇਆ? ਵੈਪਨ ਜਮ੍ਹਾਂ ਕਰਾਉਣ ਰੀਡਰ ਹੀ ਆਇਆ ਜੀ, ਬਲਕਾਰ ਸਿੰਘ ਹੀ ਆਇਆ। ਓਕੇ, ਉਸ ਤੋਂ ਬਾਅਦ ਜਿਹੜੇ ਬਾਕੀ ਦੇ ਜਿਹੜੇ ਤੁਸੀਂ 20 ਜਿਹੜੇ ਖੋਲ ਉੱਥੇ ਚਲਾਏ ਨੇ ਉਹ ਕਿੱਦਾਂ ਪੂਰੇ ਕੀਤੇ ਫਿਰ? ਨਹੀਂ, ਉਹ ਖੋਲ ਫੜੇ ਡਿਪਟੀ ਸਾਹਿਬ ਦੇ ਹੁਕਮ ਮੁਤਾਬਕ ਹੀ ਫਾਇਰ ਹੋਇਆ। ਅੱਛਾ, ਉਹ ਐਂਟਰੀ ਕਰਤੀ ਤੁਸੀਂ ਵੀ ਉੱਥੇ ਕਰਤੇ? ਹਾਂਜੀ, ਡਿਪਟੀ ਸਾਹਿਬ ਦੇ ਹੁਕਮ ਮੁਤਾਬਕ ਕੀਤੀ ਜੀ ਅਸੀਂ। ਹਾਂਜੀ, ਨਹੀਂ, ਡਿਪਟੀ ਸਾਹਿਬ ਦੇ ਹੁਕਮ ਮੁਤਾਬਕ ਕੀਤੀ ਹੈ, ਪਰ ਉਹ ਤਾਂ ਲਿਖਿਆ ਹੋਣਾ ਵੀ ਪੁਲਿਸ ਟ੍ਰੇਨਿੰਗ ਵਾਸਤੇ ਲਿਖਿਆ ਜਾਂ ਉਹਦੇ ਮੁੰਡੇ ਨੇ ਚਲਾਇਆ, ਉਹਦੇ 'ਚ ਤਾਂ ਕੁਛ ਨਾ ਕੁਛ ਐਂਟਰੀ ਕੀਤੀ ਹੋਣੀ ਹੈ। ਨਹੀਂ, ਉਹ ਤੇ ਪ੍ਰੈਕਟਿਸ ਫਾਇਰ ਆ ਜੀ। ਪ੍ਰੈਕਟਿਸ ਫਾਇਰ? ਹਾਂਜੀ। ਫਿਰ ਪ੍ਰੈਕਟਿਸ ਫਾਇਰ ਕਿੱਦਾਂ ਲਿਖਤੇ? ਸਿੱਧੂ ਮੂਸੇ ਵਾਲੇ ਤੇ ਉਹਦੇ ਮੁੰਡਾ ਕਿੱਦਾਂ ਪ੍ਰੈਕਟਿਸ ਫਾਇਰ ਲਿਖ ਸਕਦੇ ਹੋ ਤੁਸੀਂ? ਨਹੀਂ ਸਰ, ਉਹਦਾ ਜਿਵੇਂ ਹੁਕਮ ਸੀਗਾ ਅਫਸਰਾਂ ਦਾ। ਇਹ ਖੇਡ ਸਮਝ ਤਾਂ ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਆ ਗਈ ਹੋਣੀ ਹੈ, ਪਰ ਕੋਰਟ ਦੇ ਵਿੱਚ ਕੀ ਡਰਾਮੇ ਹੁੰਦੇ ਨੇ, ਕਿਹੜੀ ਖੇਡ ਚੱਲਦੀ ਹੈ, ਇਸ ਖੇਡ ਨੂੰ ਸੁਲਝਾਉਣ ਲਈ ਤੁਹਾਡੇ ਸਾਹਮਣੇ ਆਪਾਂ 2 ਮਾਹਰ ਅੱਜ ਦੇ ਪੰਜਾਬੀ ਜੰਕਸ਼ਨ ਪ੍ਰੋਗਰਾਮ ਦੇ ਵਿੱਚ ਸੱਦੇ ਨੇ। ਤੇ ਇੱਕ ਨੇ ਜਿਹੜੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਕੀਲ ਨੇ, ਐਡਵੋਕੇਟ ਨੇ ਰਵੀ ਜੋਸ਼ੀ ਜੀ, ਜਿਹੜੇ ਇਸ ਕੇਸ ਦੇ ਵਿੱਚ ਕਿ ਗੋਲੀ ਦਾ ਪਿਸਤੌਲ ਦਾ ਖਿਡੌਣਾ ਕਿਵੇਂ ਬਣਾਇਆ ਗਿਆ, ਕੋਰਟ 'ਚ ਕਿਵੇਂ ਪੇਸ਼ ਕੀਤਾ ਗਿਆ, ਜ਼ਮਾਨਤਾਂ ਕਿਵੇਂ ਲਈਆਂ ਗਈਆਂ। ਤੇ ਦੂਜੇ ਪਾਸੇ ਨੇ ਸਾਡੇ ਵਰਲਡ ਦੇ ਇੰਟਰਨੈਸ਼ਨਲ ਬਹੁਤ ਉੱਘੇ ਪੰਜਾਬੀ ਦੇ ਪੱਤਰਕਾਰ ਜਿਹੜੇ ਬਹੁਤ ਦੇਰ ਤੋਂ ਤੁਹਾਡੀ ਸੇਵਾ ਕਰਦੇ ਨੇ। ਆਮ ਕਰਕੇ ਉਹਨਾਂ ਨੂੰ ਰੇਡੀਓ ਤੇ ਟੈਲੀਵਿਜ਼ਨ ਤੇ ਤੁਸੀਂ ਬੋਲਦੇ ਹਮੇਸ਼ਾ ਸੁਣਦੇ ਹੋ, ਜਿਹੜੇ ਤੱਥਾਂ ਦੇ ਆਧਾਰ ਤੇ ਹਮੇਸ਼ਾ ਪੰਜਾਬੀਆਂ ਨੂੰ ਕੋਈ ਵੀ ਸਮੱਸਿਆ ਜਿਹੜੀ ਹੈ ਉਹਨਾਂ ਦੇ ਸਾਹਮਣੇ ਲਿਆ ਕੇ ਉਹਦੇ ਬਾਰੇ ਜਾਣੂ ਕਰਾਉਣ ਦਾ ਪੂਰਾ ਰੋਲ ਇਮਾਨਦਾਰੀ ਨਾਲ ਪਲੇ ਕਰਦੇ ਨੇ। ਬਲਤੇਜ ਪੰਨੂ ਜੀ ਦੋਵੇਂ ਸਾਡੇ ਨਾਲ ਇੰਡੀਆ ਤੋਂ ਇਸ ਵੇਲੇ ਜੁੜੇ ਹੋਏ ਨੇ ਤੇ ਮੈਂ ਅਕਾਲ ਚੈਨਲ ਦੇ ਸਟੂਡੀਓ ਲੰਡਨ ਤੋਂ ਤੁਹਾਡੇ ਨਾਲ ਗੱਲ ਕਰ ਰਿਹਾ। ਇੱਕ ਵਾਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਪੰਜਾਬੀ ਜੰਕਸ਼ਨ ਪ੍ਰੋਗਰਾਮ ਦੇ ਵਿੱਚ, ਤੇ ਸਾਰਿਆਂ ਨੂੰ ਮੇਜਰ ਸਿੰਘ ਸੰਧੂ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਰਵੀ ਜੋਸ਼ੀ ਜੀ ਸਤਿ ਸ੍ਰੀ ਅਕਾਲ, ਬਲਤੇਜ ਪੰਨੂ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਨੇ? ਠੀਕ ਠਾਕ ਹੋ ਜੀ? ਪੰਨੂ ਸਾਹਿਬ ਠੀਕ ਠਾਕ ਹੋ? ਚੜ੍ਹਦੀ ਕਲਾ? ਬਿਲਕੁਲ ਜੀ, ਬਿਲਕੁਲ ਚੜ੍ਹਦੀ ਕਲਾ, ਆਲਵੇਜ਼ ਚੜ੍ਹਦੀ ਕਲਾ ਜੀ। ਜੀ ਪੰਨੂ ਸਾਹਿਬ ਕੀ ਰੌਲਾ ਪਵਾ ਰੱਖਿਆ? ਕੱਲ ਦਾ ਇੱਕ ਆਡੀਓ ਰਿਲੀਜ਼ ਕਰਾ ਦਿੱਤੀ ਤੁਸੀਂ ਕਿਸੇ ਤੋਂ, ਤੇ ਉਹ ਬੜੀ ਉਹਨੇ ਦੁਹਾਈ ਪਾ ਰੱਖੀ ਹੈ, ਤੇ ਅਸਲ 'ਚ ਮੈਟਰ ਕੀ ਹੈ ਜੀ? ਇਹ ਕਿਹਨੇ ਕੀਤੀ ਹੈ?
ਨਹੀਂ, ਮੇਰਾ ਖਿਆਲ ਸ਼ਾਇਦ ਹੋ ਸਕਦਾ ਕਿਤੇ ਨਾ ਕਿਤੇ ਸੰਜੂ ਦੇ ਵਿਚਾਲੇ ਤੇ ਉਸ ਆਡੀਓ ਦੇ ਵਿਚਾਲੇ ਮੁਕਾਬਲਾ ਚੱਲ ਰਿਹਾ ਜੀ, ਵੀ ਕਿਹਨੂੰ ਜ਼ਿਆਦਾ ਲੋਕ ਸੁਣਦੇ ਆ, ਤੇ ਮੇਰਾ ਖਿਆਲ ਆਡੀਓ ਨੰਬਰ ਲੈ ਰਹੀ ਹੈ ਉਹਦੇ। ਜਿਹੜੀ ਗੱਲਬਾਤ ਹੈ ਐਕਚੁਅਲੀ ਇਹ ਜੋਸ਼ੀ ਸਾਹਿਬ ਦੀ ਗੱਲਬਾਤ ਹੈ, ਉਹ ਆਪ ਹੀ ਇਹਦੇ ਵਿੱਚ ਪ੍ਰੋਡਿਊਸਰ ਡਾਇਰੈਕਟਰ ਜਿਹੜੇ ਜੀ ਉਹ ਹਾਜ਼ਰ ਨੇ, ਤਾਂ ਬਿਹਤਰ ਹੈ ਕਿ ਉਹੀ ਜ਼ਿਆਦਾ ਇਹਦਾ ਜਵਾਬ ਦੇਣ। ਅੱਛਾ, ਇੱਕ ਗੱਲ ਜੋਸ਼ੀ ਸਾਹਿਬ ਦੀ, ਪੰਨੂ ਸਾਹਿਬ ਮੈਂ ਬਹੁਤ ਵਧੀਆ ਕਰਨਾ ਕਿ ਆਵਾਜ਼ ਜਿਹੜੀ ਰਿਕਾਰਡ ਕੀਤੀ ਹੈ ਨਾ ਇੰਨੀ ਕਲੈਰਿਟੀ ਨਾਲ ਕੀਤੀ ਹੈ, ਇਦਾਂ ਲੱਗਦਾ ਹੈ ਕਿ ਜਿਵੇਂ ਕੋਈ ਜੱਜ ਦੇ ਸਾਹਮਣੇ ਨਾ ਕੋਰਟ ਦੇ ਵਿੱਚ ਕੁਐਸਚਨਿੰਗ ਹੁੰਦੀ ਹੈ, ਕ੍ਰੋਸ ਐਗਜ਼ਾਮੀਨੇਸ਼ਨ ਕਿਸੇ ਦਾ ਹੋ ਰਿਹਾ, ਤੇ ਬੜੇ ਐਸੇ ਉੱਗੇ ਸਵਾਲ ਜਿਹੜੇ ਸ਼ਾਇਦ ਕੋਰਟ 'ਚ ਵੀ ਨਾ ਪੁੱਛੇ ਜਾਣ, ਇਹਨਾਂ ਨੇ ਟੈਲੀਫੋਨ ਤੇ ਹੀ ਇੱਕ ਕ੍ਰੋਸ ਐਗਜ਼ਾਮਿਨ ਕਰਕੇ ਰੱਖ ਦਿੱਤਾ ਬੰਦੇ ਦਾ, ਇੱਕ ASI ਦਾ ਜਿਹੜਾ ਕਿ ਅਸਿਸਟੈਂਟ ਸਬ ਇੰਸਪੈਕਟਰ ਹੈ ਪੰਜਾਬ ਪੁਲਿਸ ਦਾ। ਜੋਸ਼ੀ ਸਾਹਿਬ ਨੂੰ ਪੁੱਛੀਏ, ਜੋਸ਼ੀ ਸਾਹਿਬ ਇਹ ਘਟਨਾ ਕਿਵੇਂ ਵਾਪਰੀ ਫਿਰ? ਸੰਧੂ ਸਾਹਿਬ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਿਆਰ ਭਰੀ, ਤੇ ਦੂਜੀ ਗੱਲ ਹੈ ਪੰਨੂ ਸਾਹਿਬ ਥੋੜਾ ਜਿਹਾ ਮਜ਼ਾਕੀਆ ਸੈਂਸ ਚ ਲੈ ਗਏ ਗੱਲ ਨੂੰ, ਤੇ ਕਈ ਵਾਰੀ ਚਲੋ ਠੀਕ ਹੈ ਜਿੱਥੇ ਸੀਰੀਅਸ ਗੱਲ ਚ ਮਜ਼ਾਕ ਵੀ ਸਾਨੂੰ ਕਰਨਾ ਚਾਹੀਦਾ। ਦੂਜੀ ਗੱਲ ਇਹ ਆ ਵੀ ਜਿਹੜੀ ਰਿਕਾਰਡਿੰਗ ਹੈ ਉਹ ਅੰਤਰਜੀਤ ਸਿੰਘ ASI ਹੈ ਜਿਹੜਾ ਕੋਤ ਦਾ ਇੰਚਾਰਜ ਹੈ, ਜਿਹੜਾ ਕੋਤ ਕੀ ਹੁੰਦਾ ਜੀ? ਸਾਡੇ NRI ਨੂੰ ਸ਼ਾਇਦ ਸਮਝ ਨਹੀਂ ਆਉਣਾ, ਉਹ ਸਮਝਾ ਦਿਓ ਕੋਤ ਕੀ ਹੁੰਦਾ। ਆਰਮਰੀ ਦਾ ਜਿੱਥੇ ਜਿਹੜੇ ਆਰਮ ਇਸ਼ੂ ਕਰਦੇ ਨੇ, ਜਿਹੜੇ ਡਿਸਟ੍ਰਿਕਟ ਦੇ ਵਿੱਚ ਜਿਹੜਾ ਇੱਕ ਇੰਚਾਰਜ ਹੁੰਦਾ, ਕੋਤ ਇੰਚਾਰਜ ਨੂੰ ਕਹਿੰਦੇ ਨੇ। ਜਦੋਂ ਆਰਮ ਇਸ਼ੂ ਹੁੰਦੇ ਨੇ ਹਰ ਇੱਕ ਡਿਸਟ੍ਰਿਕਟ ਜਿਹੜੇ ਥਾਣੇ ਦੇ ਵਿੱਚ SHO ਨੂੰ ਕੀ, ਗਨਮੈਨ ਨੂੰ ਕੀ, ਕਿੱਥੇ ਕਿਹੜੇ ਥਾਣੇ ਦੇ ਵਿੱਚ ਕਿਹਨੂੰ ਦੇਣਾ, ਕਿਹੜੇ ਚੌਕੀ ਦੇ ਵਿੱਚ ਦੇਣਾ, ਉਹਦਾ ਰਿਕਾਰਡ ਜਿਹੜਾ ਮੇਨਟੇਨ ਹੈ ਉਹ ਕੋਤ, ਉਹ ਜਿਹੜਾ ਇੰਚਾਰਜ ਹੈਗਾ ਉਹਨੂੰ ਕੋਤ ਇੰਚਾਰਜ ਕਹਿੰਦੇ ਨੇ, ਜਿਹੜੀ ਪੰਜਾਬ ਪੁਲਿਸ ਦੀ ਭਾਸ਼ਾ ਉਹਦੇ ਚ। ਤੇ ਉਹਦੀ ਜਿਹੜੀ ਰਿਕਾਰਡਿੰਗ ਹੈ ਸਾਨੂੰ ਜਿਹੜਾ ਹੈਗਾ, ਦੇਖੋ ਜੀ ਜਦੋਂ ਦੇ 4 ਤਰੀਕ ਤੋਂ ਲੈ ਕੇ ਜਦੋਂ ਅਸੀਂ PL ਫਾਈਲ ਕੀਤੀ, ਉਸ ਤੋਂ ਬਾਅਦ ਸਾਨੂੰ ਬਥੇਰੇ ਅਨਵਾਂਟਡ ਕਾਲਸ ਬਥੇਰੀਆਂ ਆਈਆਂ, ਘਰ ਤੱਕ ਲੈਟਰਸ ਤੱਕ ਜਿਹੜੀਆਂ ਵਿਦਆਊਟ ਐਨੀ ਨੇਮ ਲੈਟਰਸ ਵੀ ਪੋਸਟ ਕੀਤੀਆਂ ਗਈਆਂ ਵੀ ਤੁਸੀਂ ਇਸ ਕੇਸ ਦੇ ਅੱਗੇ ਪਰਸਿਊ ਨਾ ਕਰੋ, ਇਹ ਹੈ ਦਿਸ ਐਂਡ ਦੈਟ। ਬਟ ਉਹਦੇ ਕਰਕੇ ਰਿਕਾਰਡਿੰਗ ਅਸੀਂ ਜਿਹੜਾ ਜਦੋਂ ਵੀ ਕੋਈ ਸਾਨੂੰ ਕੋਈ ਅਨਨੋਨ ਨੰਬਰ ਕਾਲ ਆ ਜਾਂਦੀ ਸੀਗੀ ਨੰਬਰ ਤੋਂ, ਅਸੀਂ ਉਹਨੂੰ ਰਿਕਾਰਡ ਕਰ ਲੈਂਦੇ ਸੀਗੇ। ਸੋ ਇਹਦੀ ਸਾਨੂੰ ਨਹੀਂ ਪਤਾ ਵੀ ਅੰਤਰਜੀਤ ਨੂੰ ਕਿਹਨੇ ਕਿਹਾ ਕਾਲ ਕਰਨ ਨੂੰ, ਕਿਉਂ ਕੀਤਾ ਉਹਨੇ, ਕਿਉਂ ਸਾਨੂੰ ਕਾਲ ਕੀਤੀ। ਸਾਨੂੰ ਤਾਂ ਅੰਤਰਜੀਤ ਦਾ ਨਾਮ ਹੀ ਨਹੀਂ ਪਤਾ ਸੀਗਾ। ਫਿਰ ਜੋ ਗੱਲਾਂ ਹੁੰਦੀ ਰਹਿੰਦੀ ਸੀ, ਪਰ ਮੈਨੂੰ ਉਮੀਦ ਨਹੀਂ ਸੀ ਵੀ ਉਹ ਫੋਨ ਕਰੂਗਾ। ਉਹਦਾ ਫੋਨ ਆਇਆ ਤੇ ਮੈਂ, ਤੁਸੀਂ ਰਿਕਾਰਡਿੰਗ ਦੇ ਸੁਣਿਆ ਹੋਏਗਾ, ਮੈਂ ਉਹਦੇ ਚ ਕਹਿ ਰਿਹਾ ਵੀ ਕੌਣ ਅੰਤਰਜੀਤ ਕਿਵੇਂ ਆ। ਪਰ ਜਦੋਂ ਹੋਇਆ ਤੇ ਕਿਧਰੇ ਨਾ ਕਿਧਰੇ ਸੰਧੂ ਸਾਹਿਬ, ਹੁਣ ਤੁਸੀਂ ਵੀ ਵਕੀਲਾਂ ਨਾਲ ਜੁੜ ਕੇ ਰਹਿੰਦੇ ਹੋ ਤੇ ਤੁਹਾਨੂੰ ਵੀ ਕ੍ਰਾਸ ਐਗਜ਼ਾਮੀਨੇਸ਼ਨ ਦਿਸ ਐਂਡ ਦੈਟ ਸਾਰੀਆਂ ਗੱਲਾਂ ਜਿਹੜੀ ਹੈ ਪਤਾ ਲੱਗ ਗਈਆਂ। ਸੋ ਕਿਧਰੇ ਨਾ ਕਿਧਰੇ ਮੈਂ ਆਪਣੀ ਗੱਲ, ਮੈਂ ਕਿਹਾ ਚਲੋ ਉਹਨਾਂ ਦਾ ਫੋਨ ਆਇਆ ਤੇ ਇਹਦੇ ਗੱਲਾਂ ਜਿਹੜੀਆਂ ਨੇ ਇਹ ਤੋਂ ਨਿਕਲਵਾ ਲਿੱਤੀਆਂ ਜਾਣ ਵੀ ਐਕਚੁਅਲ ਦੇ ਵਿੱਚ ਕਹਾਣੀ ਕੀ ਸੀ ਜੀ। ਸੋ ਉਹਨੇ ਬੜੀ ਬਖੂਬੀ ਤਰੀਕੇ ਨਾਲ ਉਹ ਸਾਰੀਆਂ ਜਿਹੜਾ ਸੱਚ ਸੀਗਾ ਉਹ ਸੱਚ ਉਗਲਤਾ ਉਹਨੇ, ਤੇ ਉਹਨੇ ਇਹ ਵੀ ਗੱਲ ਕਹਿਤੀ ਵੀ 161 ਦੇ ਜਿਹੜੇ ਬਿਆਨ ਨੇ ਜੋਸ਼ੀ ਸਾਹਿਬ SP ਭਾਰਤਵਾ ਜਿਹੜੇ ਤਿੰਨ ਗੱਲਾਂ ਕਾਫੀ ਵੱਡੀਆਂ ਤੁਸੀਂ ਕੁਹਾਲੀਆਂ। ਇੱਕ ਤਾਂ ਖਿਡੌਣਾ ਜਿਹੜਾ ਪਿਸਟਲ ਹੈ ਉਹ ਦਿਖਾ ਕੇ ਜ਼ਮਾਨਤ ਲਈ, ਉਹ ਬਿਲਕੁਲ ਗੱਲ ਝੂਠੀ ਹੋ ਗਈ ਕਿ ਖਿਡੌਣਾ ਪਿਸਟਲ ਨਹੀਂ ਸੀ। ਉਹਨੇ ਕਿਹਾ ਕਿ ਲੱਡਾ ਕੋਠੀ ਦੇ ਵਿੱਚ ਵੀ ਆਪਣੇ ਪਿਸਟਲ ਨਾਲ ਸਿੱਧੂ ਮੂਸੇਵਾਲੇ ਨੇ ਤੇ DSP ਦਲਜੀਤ ਵਿਰਕ ਦੇ ਮੁੰਡੇ ਨੇ ਆਪਣੇ ਹਥਿਆਰਾਂ ਦੇ ਨਾਲ ਉੱਥੇ ਫਾਇਰ ਕੀਤੇ। ਠੀਕ ਹੈ ਜੀ, ਉਹ ਖਿਡੌਣਾ ਪਿਸਟਲ 'ਚੋਂ ਫਾਇਰ ਨਹੀਂ। ਦੂਜੀ ਗੱਲ AK-47 ਦੇ ਮਾਮਲੇ 'ਚ ਉਹ ਦਲਜੀਤ ਸਿੰਘ ਵਿਰਕ ਦੇ ਕਹੇ ਤੋਂ ਉਹਨਾਂ ਦਾ ਜਿਹੜਾ ਰੀਡਰ ਸੀ ਬਲਕਾਰ ਸਿੰਘ, ਉਹ ਉਹਨਾਂ ਨੂੰ ਨਾਲ ਲੈ ਕੇ ਗਿਆ ਤੇ ਉਹ ਉੱਥੇ ਬੈਠੇ, ਉੱਥੇ ਹਥਿਆਰ ਚੱਲੇ, ਉੱਥੇ ਵੀ DSP ਵਿਰਕ ਨਹੀਂ ਪਹੁੰਚਿਆ, ਉੱਥੇ ਵੀ ਹਥਿਆਰ 4 ਮੁੰਡਿਆਂ ਨੇ ਚਲਾਏ। ਉਹਨਾਂ 4 ਦਾ ਨਾਮ ਜਿਹੜਾ ਆ ਤੁਸੀਂ ਸਾਡੇ NRIs ਦੇ ਸਾਹਮਣੇ ਰੱਖੋਗੇ ਕਿ ਕਿਹੜੇ ਬੰਦੇ ਸੀ ਜਿਨ੍ਹਾਂ ਨੇ AK-47 ਜੀ। ਜਿਹੜਾ ਜੰਗਸ਼ੇਰ ਸਿੰਘ ਆ ਉਹ ਦਲਜੀਤ ਸਿੰਘ ਵਿਰਕ ਦਾ ਜਿਹੜਾ ਮੁੰਡਾ ਹੈਗਾ ਨਾ, ਨੈਸ਼ਨਲ ਸ਼ੂਟਰ ਉਹ ਆ। ਇੰਦਰਵੀਰ ਗਰੇਵਾਲ ਹੈ, ਕਰਮ ਸਿੰਘ ਲਹਿਲ ਹੈ, ਤੇ ਨਾਲੇ ਤੁਹਾਡਾ ਚਹੇਤਾ ਤੇ ਅੱਜ ਕੱਲ ਬੜਾ ਜਿਹਨੂੰ ਆਪਾਂ ਗੱਲ ਕਵਾਂਗੇ ਉਹਨੂੰ ਬੜਾ ਗਨ ਕਲਚਰ ਨੂੰ ਗਲੈਮਰਾਈਜ਼ ਕਰ ਰਿਹਾ ਸਿੱਧੂ ਮੂਸੇਵਾਲਾ ਜੀ। ਉਹ ਚੌਥਾ ਬੰਦਾ ਉਹ ਆ ਜੀ। 4 ਬੰਦੇ ਸੀ ਹਾਂਜੀ, 4 ਨੇ AK-47 ਚਲਾਈ ਆ, 20 ਰੌਂਦ ਫਾਇਰ ਕੀਤੇ ਆ, 20 ਰੌਂਦ ਕੀਤੇ ਉਹਨਾਂ ਨੇ ਫਾਇਰ, ਤੇ ਪਲੱਸ ਉਹ ਹਾਂਜੀ। ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗਾ ਕਿ ਕੋਰਟ ਦੇ ਵਿੱਚ ਇਹ ਕੇਸ ਗਿਆ, ਉਹਨਾਂ ਨੇ ਖਿਡੌਣਾ ਪਿਸਟਲ ਦੇ ਕੇ ਸੰਗਰੂਰ ਵਾਲੇ ਕੇਸ 'ਚੋਂ ਜ਼ਮਾਨਤ ਲੈ ਲਈ ਤੇ ਬਰਨਾਲੇ ਵਾਲੇ ਕੇਸ 'ਚ AK-47 ਵਾਲੇ ਕੇਸ ਦੇ ਵਿੱਚ ਹਜੇ ਜ਼ਮਾਨਤ ਅਪਲਾਈ ਵੀ ਨਹੀਂ ਕੀਤੀ, ਅਜੇ ਤੱਕ ਉਹਨਾਂ ਨੂੰ ਫੜਿਆ ਨਹੀਂ ਗਿਆ। ਇੱਕ ਹੋਰ ਪਰਚਾ
ਕੱਲ ਪਰਸੋਂ ਦਰਜ ਹੋ ਜਾਂਦਾ ਹੈ, ਜਿਹੜਾ ADGP ਸਾਹਿਬ ਨੇ ਸ਼ੁਕਲਾ ਸਾਹਿਬ ਨੇ, ਅਰਪਿਤ ਸ਼ੁਕਲਾ ਨੇ ਆਪ ਖੁਦ ਅੱਗੇ ਕੀਤਾ, ਤੇ ਉਸ ਕੇਸ ਤੋਂ ਬਾਅਦ ਵੀ FIR ਹੋਣ ਤੋਂ ਬਾਅਦ ਵੀ ਉਹਦੀ ਅਜੇ ਤੱਕ ਗ੍ਰਿਫਤਾਰੀ ਨਹੀਂ ਹੋਈ। ਤੇ ਪੰਨੂ ਸਾਹਿਬ, ਇਹਦੇ ਬਾਰੇ ਤੁਸੀਂ ਚਾਨਣਾ ਪਾ ਸਕਦੇ ਹੋ ਕਿ ਪੁਲਿਸ ਕਿਹੋ ਜਿਹਾ ਰੋਲ ਪਲੇ ਕਰ ਰਹੀ ਹੈ, ਤੇ ਤੁਹਾਨੂੰ ਕੀ ਉਮੀਦ ਹੈ ਕਿ ਹੁਣ ਗ੍ਰਿਫਤਾਰੀ ਹੋਊਗੀ ਕਿ ਜਾਂ ਇੱਥੇ ਵੀ ਕੋਈ ਖਡਾਉਣਾ ਦਿਖਾ ਕੇ ਕੰਮ ਚੱਲ ਜੂਗਾ? ਨਹੀਂ ਦੇਖੋ, ਵੈਸੇ ਤਾਂ ਟੈਕਨੀਕਲੀ ਜੋਸ਼ੀ ਸਾਹਿਬ ਜਵਾਬ ਦੇਣਗੇ, ਉਹ ਵਕੀਲ ਨੇ ਜ਼ਿਆਦਾ ਜਿਹੜਾ ਦੀ ਉਹ ਜਾਣਦੇ ਆ, ਪਰ ਕਿਉਂਕਿ ਸਾਡਾ ਵੀ ਖੇਤਰ ਇਹੋ ਜਿਹਾ ਵੀ ਵਕਾਲਤ ਦੇ ਨੇੜੇ ਤੇੜੇ ਹੀ ਹੁੰਦਾ ਜੀ, ਰੋਜ਼ ਸਾਡਾ ਵੀ ਵਾਹ ਜਿਹੜਾ ਉਹ ਧਾਰਾਵਾਂ ਦੇ ਨਾਲ ਹੀ ਪੈਂਦਾ ਕਿ ਕਿਹੜੀ ਕੀ ਧਾਰਾ ਹੈ। ਆਈ ਥਿੰਕ ਫਸੂਗਾ ਜੀ, ਬਹੁਤ ਬੁਰੇ ਤਰੀਕੇ ਦੇ ਨਾਲ ਫਸੂਗਾ ਇਹ ਤੁਸੀਂ ਦੇਖ ਲੈਣਾ। ਇਹ ਸਿਰਫ ਦਿਨਾਂ ਦੀ ਖੇਡ ਹੈ, ਕਾਨੂੰਨ ਦੇ ਨਾਲ ਇੱਕ ਲੈਵਲ ਤੱਕ ਖੇਡਿਆ ਜਾ ਸਕਦਾ। ਦੂਸਰੀ ਗੱਲ ਇਹ ਕਿ ਜਦੋਂ ਤੁਸੀਂ ਕਿਉਂਕਿ ਪੁਲਿਸ ਵਾਲਿਆਂ ਦੀ ਕਹਿੰਦੇ ਨਾ ਯਾਰੀ ਵੀ ਮਾੜੀ ਤੇ ਦੁਸ਼ਮਣੀ ਵੀ ਮਾੜੀ, ਕਿੰਨੀ ਕੁ ਦੇਰ ਉਹ ਯਾਰੀ ਪਗਾਉਣਗੇ? ਸਤਵੰਤਰ ਸਿੰਘ ਵਰਗੇ ਜਿਹੜੇ ਆਪ ਜਦੋਂ ਹੁਣ ਟੁੰਗੇ ਜਾਣ ਲੱਗੇ ਤੇ ਫਿਰ ਉਹਨਾਂ ਵਿਚਾਰਿਆਂ ਨੇ ਆਪਣਾ ਵੀ ਤਾਂ ਬਚਾਓ ਕਰਨਾ ਨਾ। ਦੂਸਰੀ ਗੱਲ ਹੈ ਕਿ ਦੇਖੋ, ਇਹਦੇ ਵਿੱਚ ਜਿਹੜੇ ਟੈਕਨੀਕਲ ਪੁਆਇੰਟ ਨੇ ਉਹ ਨੇ ਕਿ ਜਿਹੜੀ FIR ਦਰਜ ਹੋਈ ਆ ਉਹਦੀਆਂ ਕਾਪੀਆਂ ਮੇਰੇ ਕੋਲੇ ਵੀ ਹੈਗੀਆਂ ਨੇ, ਤੁਸੀਂ ਵੀ ਘੋਖੀਆਂ ਹੋਣਗੀਆਂ। ਜੋਸ਼ੀ ਸਾਹਿਬ ਨੇ ਤਾਂ ਉਹਨੂੰ ਸੁੰਘਿਆ ਹੋਣਾ ਨੇੜੇ ਤੋਂ ਜਿਹੜਾ ਦੀ ਹਰੇਕ ਚੀਜ਼ ਨੂੰ। ਉਹਦੇ ਵਿੱਚ ਪੁਲਿਸ ਲਿਖ ਰਹੀ ਆ ਕਿ ਇਹਨਾਂ ਨੇ ਫਾਇਰਿੰਗ ਕੀਤੀ ਹੈ। FIR ਦੇ ਵਿੱਚ ਕਿਵੇਂ ਦਰਜ ਹੋ ਗਿਆ? ਜਿਹੜੇ ਪਟਿਆਲਾ ਦੇ IG ਰੇਂਜ ਨੇ ਉਹ ਹਾਈ ਕੋਰਟ ਦੇ ਵਿੱਚ ਲਿਖਤੀ ਰੂਪ ਚ ਕਹਿ ਰਹੇ ਆ ਕਿ ਅਸੀਂ ਇਹਦੇ ਵਿੱਚ ਜਿਹੜੀ ਆ ਉਹ ਧਾਰਾ ਜੋੜ ਰਹੇ ਆ ਵੈਪਨ ਵਾਲੀ। ਜੇ ਉਹ ਖਿਡਾਉਣੇ ਸੀਗੇ ਤੇ IG ਸਾਹਿਬ ਨੇ ਕਿਵੇਂ ਉਹਦੇ ਵਿੱਚ ਵੈਪਨ ਦੀ ਜਿਹੜੀ ਧਾਰਾ ਜੀ ਉਹ ਜੋੜਨ ਦੇ ਵਾਸਤੇ ਕਹਿਤਾ? FIR ਦੇ ਵਿੱਚ ਕਿਵੇਂ ਲਿਖਿਆ ਗਿਆ? ਸੰਗਰੂਰ ਦੀ ਅਦਾਲਤ ਨੂੰ ਗੁੰਮਰਾਹ ਪੁਲਿਸ ਵਾਲਿਆਂ ਨੇ ਕਿਵੇਂ ਕਰ ਦਿੱਤਾ ਜੀ ਵੀ ਇਹ ਜਿਹੜੇ ਉਹ ਖਿਡਾਉਣਾ ਪਿਸਤੌਲ ਸੀ? ਇਹ ਤਾਂ ਮੇਰੀ ਜਾਚੇ ਇਹ ਤਾਂ ਕੰਟੈਂਪਟ ਆਫ ਕੋਰਟ ਵੀ ਕਿਸੇ ਟਾਈਮ ਨਿਕਲੂਗਾ, ਕਿਉਂਕਿ ਇਹ ਜਿੰਨੇ ਮਾਮਲੇ ਸਾਰੇ ਇਕੱਠੇ ਹੁੰਦੇ ਤੁਰੇ ਜਾ ਰਹੇ ਆ, ਇਹ ਉਹਦੇ ਆਲੇ ਦੁਆਲੇ ਸ਼ਿਕੰਜਾ ਹੋ ਗਿਆ ਜੀ ਟਾਈਟ ਹੁਣ ਜਿਹੜਾ, ਕਿਉਂਕਿ ਇਹਦਾ ਰੌਲਾ ਵੀ ਬਹੁਤ ਜਿਹੜਾ ਉਹ ਪੈ ਰਿਹਾ। ਪਰ ਉਹ ਬੰਦਾ ਬਦਮਾਸ਼ ਬਣ ਕੇ ਇੱਕ ਹੋਰ ਗੀਤ ਕੱਢ ਰਿਹਾ ਜਿੱਥੇ ਉਹ ਕਹਿ ਰਿਹਾ ਕਿ ਜੱਟ ਉੱਤੇ ਕੇਸ ਜਿਹੜਾ ਸੰਜੇ ਦੱਤ ਤੇ ਉਹਦਾ ਨੋਟਿਸ ADGP ਸ਼ੁਕਲਾ ਨੇ ਲੈ ਲਿਆ ਤੇ ਉਹ ਇੱਕ ਵੱਖਰਾ ਕੇਸ ਇਹਦੇ ਤੇ ਦਰਜ ਕਰਦੇ ਆ, ਤੇ ਹਜੇ ਵੀ ਉਸ ਬੰਦੇ ਨੂੰ ਮੱਤ ਨਹੀਂ ਆ ਰਹੀ ਕਿ ਮੈਂ ਕੁਝ ਗਲਤ ਕਰ ਰਿਹਾ, ਤੇ ਉਹਦੇ ਉਂਗਲਾਂ ਲਾਉਣ ਵਾਲੇ ਬੰਦਿਆਂ ਨੇ ਤਾਂ ਉਹਨੂੰ ਚੱਕਣਾ, ਕਿਉਂਕਿ ਉਹਨਾਂ ਦਾ ਜਾਂਦਾ ਕੁਝ ਨਹੀਂ। ਭੇਟਾ ਚੜੂਗਾ, ਬਲੀ ਚੜੂਗਾ, ਸਿੱਖਾਂ ਪਿੱਛੇ ਜਾਊਗਾ, ਇਹ ਕਲਾਕਾਰ ਆਪ ਜਾਊਗਾ। ਤੇ ਕੁਝ ਮੇਰੇ ਖਿਆਲ ਜੋਸ਼ੀ ਸਾਹਿਬ ਕੁਝ ਕਹਿਣਾ ਚਾਹੁੰਦੇ ਆ। ਮੈਂ ਇਹ ਗੱਲ ਕਹਿ ਰਿਹਾ ਸੀ ਕਿ ਜਿੱਥੇ ਗੱਲ ਕੀਤੀ ਹੈ ਇਹਨਾਂ ਨੇ ਪੰਨੂ ਸਾਹਿਬ ਨੇ ਵੀ ਜਿਹੜਾ ਆਰਮਜ਼ ਐਕਟ ਜਿਹੜਾ ਐਡ ਕੀਤਾ ਉਹਦੇ ਚ 4 ਤਰੀਕ ਦੀ FIR ਹੈ ਤੇ 5 ਤਰੀਕ ਦੀ FIR ਹੈ। ਆਰਮਜ਼ ਐਕਟ ਐਡ ਹੋਇਆ 18 ਤਰੀਕ ਨੂੰ, 14 ਦਿਨ ਬਾਅਦ, ਤੇ ਉਦੋਂ ਤੱਕ IG ਸਾਹਿਬ ਨੂੰ ਇਹ ਨਹੀਂ ਪਤਾ ਲੱਗਿਆ ਵੀ ਇਹਦੇ ਚ ਜਿਹੜਾ ਖਿਡੌਣਾ ਪਿਸਟਲ ਸੀਗੀ ਇਹ, ਤੇ ਇਹ ਸੋਚੀ ਸਮਝੀ ਸਾਜ਼ਿਸ਼ ਆ ਵੀ ਇਹਦੇ ਚ ਕਿਧਰੇ ਪੰਜਾਬ ਪੁਲਿਸ ਸ਼ੁਰੂ ਤੋਂ ਹੀ DGP ਸਾਹਿਬ ਤੋਂ ਲੈ ਕੇ ਤੇ ਥੱਲੇ ਤੱਕ ਜਿਹੜੇ ਬੰਦੇ ਨੇ SHO ਤੱਕ ਉਹਦੀ ਜਿਹੜੀ ਆ ਸਪੋਰਟ ਕਰ ਰਹੇ ਸੀਗੇ। ਤੇ ਜਿਹੜਾ ਪਰਚਾ ਵੀ ਜਿਹੜਾ ਦਰਜ ਹੋਇਆ ਸੀਗਾ 188 ਤੇ 51 ਡਿਜ਼ਾਸਟਰ ਮੈਨੇਜਮੈਂਟ ਐਕਟ ਦਾ, ਉਹ ਵੀ ਜਿਹੜਾ SSP ਬਰਨਾਲਾ ਤੇ SSP ਸੰਗਰੂਰ ਦੀ ਹਿੰਮਤ ਨਹੀਂ ਪਈ ਵੀ ਇਹਦੇ ਅਗੇਂਸਟ ਕਰ ਦੇਣ, ਉਹ ਵੀ DGP ਸਾਹਿਬ ਨੇ ਜਿਹੜਾ ਹੈਗਾ ਇੰਸਟਰਕਸ਼ਨ ਦਿੱਤੀਆਂ ਤੇ ਫੇਰ ਪਰਚਾ ਦਰਜ ਹੋਇਆ। ਤੇ ਆਮ ਜਨਤਾ ਬਹੁਤ ਦੂਰ ਦੀ ਗੱਲ ਹੈ। ਤੇ ਪੁਲਿਸ ਵਾਲਿਆਂ ਦੀ ਇਹਦੇ ਵਿੱਚ ਸਰ, ਪੁਲਿਸ ਵਾਲਿਆਂ ਦੀ ਇਹਦੇ ਵਿੱਚ ਕੀ ਮਜਬੂਰੀ ਹੈ? ਕੀ ਉਹਨਾਂ ਦਾ ਕੀ ਲੂ ਪੁਆਇੰਟ ਕੀ ਹੈ ਕਿ ਉਹ ਕਿਉਂ ਨਹੀਂ ਦਰਜ ਕਰ ਸਕੇ? ਇਹ ਇੰਨਾ ਪਾਵਰਫੁਲ ਬੰਦਾ ਹੈ ਜਾਂ ਫਿਰ ਇਹਦਾ ਕੋਈ ਬਹੁਤ ਵੱਡਾ ਸਬੰਧ ਹੈ ਪ੍ਰਾਈਮ ਮਿਨਿਸਟਰ ਨਾਲ ਜਾਂ ਚੀਫ ਮਿਨਿਸਟਰ ਨਾਲ? ਇਹ ਕੀ ਚੱਕਰ ਹੈ? ਮੇਜਰ ਸਾਹਿਬ, ਹੁਣ ਸਾਰੀਆਂ ਗੱਲਾਂ ਸਾਡੇ ਤੋਂ ਨਾ ਪੁੱਛੋ, ਕਿਸੇ ਦਿਨ ਪੁਲਿਸ ਵਾਲੇ ਨੂੰ ਵੀ ਲਾਈਨ ਤੇ ਲੈ ਲਓ। ਉਹ ਵੀ ਬੈਠੇ ਹੁੰਦੇ ਆ, ਅੱਜ ਕੱਲ ਵਿਹਲੇ ਬੈਠੇ ਹੁੰਦੇ ਆ, ਕੋਈ ਕੰਮ ਨਹੀਂ ਉਹਨਾਂ ਨੂੰ, ਤੇ ਤੁਸੀਂ ਉਹਨਾਂ ਨੂੰ ਵੀ ਲਾਈਨ ਤੇ ਲਾਓ। ਜੇ ਉਹ ਸਿੱਧੂ ਮੂਸੇਵਾਲੇ ਦੇ ਨਾਲ AK-47 ਚਲਾਉਣ ਵਾਸਤੇ ਜਾ ਸਕਦੇ ਨੇ। ਜੀ ਪੰਨੂ ਸਾਹਿਬ, ਤੁਸੀਂ ਕੀ ਕਹੋਗੇ? ਉਹਨਾਂ ਦੀ ਆਡੀਓ ਰੁਕ ਗਈ ਤੇ ਤੁਸੀਂ ਇੰਨੇ ਗੱਲ ਤੁਹਾਡੇ ਸਵਾਲਾਂ ਦਾ ਬਖੂਬੀ ਜਵਾਬ। ਐਕਚੁਅਲੀ ਕੀ ਹੈ ਜੀ ਕਿ ਦੇਖੋ, ਬਿਨਾ ਜਿਹੜਾ ਦੀ ਬੈਕਅਪ ਤੋਂ ਇੰਨੀ ਹਨੇਰਗਰਦੀ ਨਹੀਂ ਜਿਹੜੀ ਜੀ ਉਹ ਹੋ ਸਕਦੀ, ਇੰਨੀ ਨਹੀਂ ਹੋ ਸਕਦੀ। ਮੈਂ ਤਾਂ ਇਹ ਸਮਝਦਾ, ਮੈਨੂੰ ਤਾਂ ਉਹਦੀ ਅਕਲ ਦੇ ਉੱਤੇ ਹਾਸਾ ਆਉਂਦਾ ਜੀ ਕਿ ਨਾ ਤਾਂ ਪੇਰੈਂਟਸ ਨੇ ਸ਼ਾਇਦ ਇਸ ਤਰ੍ਹਾਂ ਦਾ ਕੋਈ ਐਜੂਕੇਸ਼ਨ ਦਿੱਤੀ ਆ, ਤੇ ਉਹਦੀ ਜਿਹੜੀ ਦੂਸਰੀ ਐਜੂਕੇਸ਼ਨ ਆ ਉਹਦੇ ਕੋਲੇ ਹੈ ਨਹੀਂ। ਉਹਨੂੰ ਸ਼ਾਇਦ ਟਾਡਾ ਦਾ ਹੋ ਸਕਦਾ ਕਿ ਫੁੱਲ ਫਾਰਮ ਨਾ ਪਤਾ ਹੋਵੇ ਵੀ ਇਹ ਟੈਰਰਿਸਟ ਐਂਡ ਡਿਸਟਰਪਟਿਵ ਐਕਟ ਹੈ, ਜਿਹਦੇ ਤਹਿਤ ਜਿਨ੍ਹਾਂ ਦੇ ਉੱਤੇ ਪਿਆ 29 ਸਾਲ ਹੋ ਗਏ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਹੋਇਆ ਨੂੰ, ਪੈਰੋਲ ਤੱਕ ਨਹੀਂ ਮਿਲੀ। ਦੱਤ ਪਰਿਵਾਰ ਦਾ ਹਾਲ ਪੁੱਛੋ ਕੀ ਆ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦੇ ਉੱਤੇ ਟਾਡਾ ਲੱਗਿਆ ਸੀ। ਪਾਗਲ ਹੋ ਕੇ ਤੁਸੀਂ ਕਹਿ ਲਓ ਕਿ ਉਹਨਾਂ ਨੂੰ ਪੈਰੋਲ ਮਿਲੀ ਆ, ਉਹ ਵੀ ਇਸ ਕਰਕੇ ਕਿ ਪੂਰੀ ਦੁਨੀਆ ਦਾ ਦਬਾਅ ਜਿਹੜਾ ਦੀ ਉਹ ਸੀਗਾ
ਟਾਡਾ ਕੀ ਆ ਉਸ ਬੰਦੇ ਨੂੰ ਪਤਾ ਹੀ ਨਹੀਂਗਾ ਜੀ। ਸੰਜੂ ਫਿਲਮ ਦੇਖ ਲੈ ਜਿਹਦੇ ਵਿੱਚ ਦੱਤ ਪਰਿਵਾਰ ਕਿਵੇਂ ਉਜੜਿਆ ਇੱਕ ਸਿਰਫ ਕੇਸ ਨੂੰ ਲੈ ਕੇ, ਉਹਦੀ ਪੂਰੀ ਅਸਲੀਅਤ ਜਿਹੜੀ ਉਹ ਦੱਸੀ ਹੋਈ ਆ। ਪੰਨੂ ਸਾਹਿਬ ਤੁਹਾਡੇ ਤੋਂ ਇੱਕ ਸਵਾਲ ਮੈਂ ਹੋਰ ਪੁੱਛ ਲਵਾਂ, ਫਿਰ ਮੈਂ ਰਵੀ ਜੋਸ਼ੀ ਜੀ ਕੋਲ ਜਾਂਦਾ ਆ ਤੇ ਮੈਂ ਇਹ ਪੁੱਛ ਲਵਾਂ ਕਿ ਜਿਹੜੇ ਇਹਦਾ ਮਤਲਬ ਮੈਂ ਇਹ ਚਾਹੁੰਦਾ ਸੀ ਕਿ ਪੰਜਾਬ 'ਚ ਜਿਹੜਾ ਯੂਥ ਹੈ ਉਹ ਐਜੂਕੇਟਿਡ ਹੋ ਗਿਆ, ਪਰ ਜਿਹੜੀ ਕਰੋੜਾਂ ਦੀ ਗਿਣਤੀ ਦੇ ਵਿੱਚ ਇਹਦੇ ਪਿੱਛੇ ਭੀੜ ਲੱਗੀ ਹੈ, ਇਹਦਾ ਮਤਲਬ ਉਸੇ ਦਿਮਾਗ ਦੀ ਮਾਲਕ ਉਹ ਹੈ, ਕਿਉਂਕਿ ਜਿਹੜੀ ਉਹਨੂੰ ਸਪੋਰਟ ਕਰ ਰਹੀ ਹੈ, ਜਿਹੜੀ ਉਹਦੀ ਹਰ ਚੰਗੀ ਮੰਦੀ ਗੱਲ ਜੇ ਉਹ ਥੁੱਕਦਾ ਹੈ ਇਦਾਂ ਕਰਕੇ ਉਦਾਂ ਹੀ ਥੁੱਕਣ ਲੱਗ ਜਾਂਦੀ ਹੈ, ਜੇ ਉਹ ਮੂੰਹ ਚਿੱਬਾ ਜਿਹਾ ਕਰਕੇ ਬੋਲਦਾ ਤਾਂ ਸਾਰੇ ਹੀ ਚਿੱਬਾ ਜਿਹਾ ਮੂੰਹ ਕਰਕੇ ਬੋਲਣ ਲੱਗ ਜਾਂਦੇ ਆ। ਮਤਲਬ ਇਹ ਭੀੜ ਦੀ ਬਹੁਤਾਤ ਹੈ ਹਜੇ ਵੀ ਪੰਜਾਬ ਦੇ ਵਿੱਚ ਇਹੀ ਜੀ ਜਿਹੜੀ ਇਸ ਕਿਸਮ ਦੀ ਭੀੜ ਹੈ। ਸੰਧੂ ਸਾਹਿਬ ਇੱਕ ਚੀਜ਼ ਤੁਹਾਨੂੰ ਸਮਝਣੀ ਜਿਹੜੀ ਜੀ ਉਹ ਪਊਗੀ ਪੰਜਾਬ ਦੇ ਸੰਦਰਭ ਦੇ ਵਿੱਚ, ਚਾਹੇ ਉਹ ਚਿੱਟਾ ਸੀ ਜਿਹਨੇ ਸਾਡੀ ਇੱਕ ਪੀੜ੍ਹੀ ਨਿਗਲ ਲਈ, ਤੇ ਚਾਹੇ ਇਹ ਗੀਤਾਂ ਦੇ ਰੂਪ ਦੇ ਵਿੱਚ ਸਾਡੀ ਬੱਚਿਆਂ ਦੀਆਂ ਨਾੜਾਂ ਦੇ ਵਿੱਚ ਇੰਜੈਕਟ ਕੀਤਾ ਜਾ ਰਿਹਾ ਹੈ ਕਿ ਇਹਨਾਂ ਨੂੰ ਇਹਨਾਂ ਦੀ ਰਿਐਲਿਟੀ ਜਿਹੜੀ ਆ ਉਹ ਭੁਲਾ ਦਿਓ, ਇਹਨਾਂ ਨੂੰ ਇਹਨਾਂ ਦੀ ਅਸਲ ਹਿਸਟਰੀ ਨਾ ਜਿਹੜੀ ਜੀ ਉਹ ਪਤਾ ਲੱਗੇ, ਇਹਨਾਂ ਦੀ ਧੌਣ 'ਚ ਕਿੱਲਾ ਗੱਡ ਦਿਓ। ਫੁਕਰਪਣਾ ਅੱਜ ਤ੍ਰਿਪੁਰਾ ਦੇ ਮੁੱਖ ਮੰਤਰੀ ਨੇ ਕਿਹੜੀ ਗੱਲ ਜਿਹੜੀ ਜੀ ਉਹ ਕਹੀ ਆ, ਠੀਕ ਆ, ਬਹੁਤ ਉਹਨੇ ਗਲਤ ਕਹੀ ਆ। ਇਹਨਾਂ ਲੋਕਾਂ ਦਾ ਦਿਮਾਗ ਨਹੀਂ ਹੈਗਾ, ਇਹ ਇਹੋ ਜਿਹੇ ਲੋਕਾਂ ਦੀ ਵਜ੍ਹਾ ਕਰਕੇ ਸਾਡੀ ਇਹੋ ਜੀ ਜਿਹੜੀ ਇਹਦੀ ਉਹ ਪਹਿਚਾਣ ਬਣ ਰਹੀ ਹੈ ਨਾ। ਇਹ ਨਵੀਂ ਜਿਹੜੀ ਸਾਡੀ ਜਨਰੇਸ਼ਨ ਆ ਉਹਨੂੰ ਤਬਾਹ ਕਰਨ ਦੇ ਯਤਨ ਨੇ ਤਾਂ ਕਿ ਉਹ ਆਪਣੇ ਹੱਕਾਂ ਪ੍ਰਤੀ ਸੁਚੇਤ ਨਾ ਹੋ ਸਕੇ, ਆਪਣੇ ਉਹ ਹੱਕਾਂ ਦੀ ਲੜ ਨਾ ਸਕੇ। ਕੱਲ ਪੰਜਾਬ ਦੇ ਸਾਰੇ ਜਿਹੜੇ ਟਰੈਕਟਰ ਸੀਗੇ ਜੀ ਉਹ ਸੜਕਾਂ ਦੇ ਉੱਤੇ ਸੀਗੇ, ਤੁਸੀਂ ਵੇਖ ਲੈਣਾ ਉਹਦੇ ਵਿੱਚ ਕਿੰਨੇ ਨੌਜਵਾਨ ਸੀਗੇ, ਉਹਦੇ ਤਾਂ ਵਡੇਰੀ ਉਮਰ ਦੇ ਹੀ ਸਾਰੇ 40 ਸਾਲ ਤੋਂ ਉੱਤੇ ਲੱਗਦੇ ਸੀ ਦੇਖਣ ਨੂੰ। ਬਿਲਕੁਲ ਜੀ ਬਿਲਕੁਲ, ਕਿਉਂ ਨਹੀਂ ਉਹਦੇ ਵਿੱਚ ਨੌਜਵਾਨ ਆਏ ਜੀ। 2 GB ਦਾ ਡਾਟਾ ਦੇਤਾ ਉਹਨਾਂ ਨੂੰ ਵੀ ਇਹਨੂੰ ਵਰਤੋ, ਤੇ ਅੱਗੋਂ ਏਦਾਂ ਦੇ ਗੀਤ ਜਿਹੜੇ ਜੀ ਉਹ ਦਿਲ ਤੇ ਵੀ ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ, ਜੱਟ ਉਸ ਪਿੰਡ ਨੂੰ ਬਿਲੋਂਗ ਕਰਦਾ, ਉਹ ਪਿੰਡ ਕਿਹੜਾ ਆ ਜਿੱਥੇ ਬੰਦਾ ਮਾਰਨ ਤੋਂ ਬਾਅਦ ਉਹ ਜਸਵੰਤ ਸੰਦੀਲਾ ਜੀ ਬੜੇ ਵਧੀਆ ਗਾਇਕ ਤੇ ਸਨ ਦੀ ਲਿਰਿਕਸ ਰਾਈਟਰਸ, ਉਹਨਾਂ ਨੇ ਇੱਕ ਲਿਖਿਆ ਸੀਗਾ ਗਾਣਾ ਕਿ ਕਤਲਾਂ ਦੇ ਕੇਸ ਜੇ ਪੈ ਗਏ ਚੁੱਲ੍ਹਿਆਂ ਵਿੱਚ ਘਾਹ ਉੱਗ ਪੈਣੇ। ਜਦੋਂ ਕਿਤੇ ਕਤਲ ਦਾ ਕੇਸ ਪੈ ਜਾਏ ਨਾ, ਉਹਨਾਂ ਪਰਿਵਾਰਾਂ ਨੂੰ ਪੁੱਛੋ ਕਿ ਚੁੱਲ੍ਹਿਆਂ ਦੇ ਵਿੱਚ ਘਾਹ ਕਿਵੇਂ ਉੱਗ ਆਉਂਦੇ ਆ, ਕਿੰਨੀਆਂ ਕਿੰਨੀਆਂ ਜ਼ਮੀਨਾਂ ਲੱਗ ਜਾਂਦੀਆਂ। ਇਹ ਕਹਿੰਦਾ ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ, ਜੱਟ ਉਸ ਪਿੰਡ ਨੂੰ ਬਿਲੋਂਗ ਕਰਦਾ। ਅਸੀਂ ਤਾਂ ਪੰਜਾਬ ਦੇ ਵਿੱਚ ਉਹ ਪਿੰਡ ਨਹੀਂ ਵੇਖਿਆ। ਜਿਹੜੀ ਬੈਲਟ ਦਾ ਇਹ ਰਹਿਣ ਵਾਲਾ, ਉਹ ਕਾਟਨ ਬੈਲਟ ਹੁੰਦੀ ਸੀ, ਅੱਜ ਉਹ ਕੈਂਸਰ ਦੀ ਬੈਲਟ ਹੈ। ਇਹਨੂੰ ਪਤਾ ਨਹੀਂਗਾ ਕਿ ਉਹਦੇ ਆਲੇ ਦੁਆਲੇ ਜਿਹੜਾ ਜੀ ਕੀ ਹੋ ਰਿਹਾ। ਨਸ਼ੇ ਦੇ ਟੀਕੇ ਲਾ ਕੇ ਚਿੱਟੇ ਦੇ ਇੱਕ ਸਿਰਿੰਜ ਨੂੰ ਵਰਤ ਕੇ ਪੰਜਾਬ ਦੇ ਨੌਜਵਾਨ ਏਡਸ ਦਾ ਸ਼ਿਕਾਰ ਹੋ ਗਏ, ਕਿੰਨੀ ਵੱਡੀ ਗਿਣਤੀ। ਤੇ ਦੂਜੀ ਗੱਲ ਇਹਨੇ ਗੀਤ ਦੇ ਵਿੱਚ ਆਪਣੇ ਦੇ ਵਿੱਚ ਇਹ ਵੀ ਪੰਨੂ ਸਾਹਿਬ ਕਹੀ ਹੈ ਕਿ ਅਸੀਂ ਵੀ ਮੇਰੇ ਤੇ ਬਹੁਤ ਵੱਡੇ, ਮੈਨੂੰ ਕੋਈ ਜੱਜ ਨਹੀਂ ਚਾਹੀਦਾ, ਪਰਮਾਤਮਾ ਦਾ ਮੇਰੇ ਤੇ ਹੱਥ ਹੈ। ਹੁਣ ਪਰਮਾਤਮਾ ਦਾ ਹੱਥ ਇਹੋ ਜਿਹੇ ਬੰਦੇ ਤੇ ਕਿਵੇਂ ਹੋ ਸਕਦਾ ਹੈ? ਇਹ ਲੰਗੌੜ ਨੂੰ ਸੋਚਣਾ ਚਾਹੀਦਾ ਹੈ। ਇੱਕ ਬੰਦਾ ਅਸਲੀ ਪਿਸਤੌਲ ਤੇ ਅਸਲੀ AK-47 ਚਲਾ ਕੇ ਪਰਮਾਤਮਾ ਨੂੰ ਮੰਨਣ ਵਾਲਾ ਬੰਦਾ ਤੇ ਉੱਥੇ ਝੂਠ ਬੋਲ ਰਿਹਾ ਕਿ ਖਿਡੌਣਾ ਪਿਸਤੌਲ ਹੈ, ਬਾਅਦ ਚ ਕਹਿੰਦਾ ਰੱਬ ਨੇ ਹੱਥ ਦੇ ਕੇ ਰੱਖਤਾ। ਹੁਣ ਰੱਬ ਜੇ ਕਾਤਲਾਂ ਨੂੰ ਜਾਂ ਏਡੀਆਂ ਭਿਆਨਕ ਹਥਿਆਰਾਂ ਨੂੰ ਚਲਾਉਣ ਵਾਲੇ ਬੰਦੇ ਤੇ ਹੱਥ ਰੱਖ ਰਿਹਾ, ਫਿਰ ਸਾਡੇ ਸਿਰ ਤੇ ਰੱਬ ਦਾ ਹੱਥ ਕਿਉਂ ਹੋਊਗਾ? ਤੇ ਇਹ ਤਾਂ ਗੱਲਾਂ ਲੋਕਾਂ ਨੂੰ ਬਰਗਲਾਉਣ ਵਾਲੀਆਂ। ਇਹਦਾ ਮਤਲਬ ਕਿਤੇ ਨਾ ਕਿਤੇ ਉਹ ਹੁਸ਼ਿਆਰ ਵੀ ਹੈਗਾ, ਉਹਨੂੰ ਇਹ ਵੀ ਪਤਾ ਕਿ ਲੋਕਾਂ ਨੂੰ ਆਪਣੀ ਭੀੜ ਨੂੰ ਸਾਂਭ ਕੇ ਕਿਵੇਂ ਰੱਖਣਾ। ਪਰ ਇੱਕ ਗੱਲ ਇਹਦੇ ਵਿੱਚ ਪੱਕੀ ਹੋ ਗਈ ਹੈ ਕਿ ਸ਼ੌਹਰਤ ਤੇ ਰੱਬ ਦੀ ਕਿਰਪਾ ਜਿਹਦੇ ਹੋਵੇ ਉਹਨੂੰ ਸ਼ੌਹਰਤ ਮਿਲਦੀ ਹੈ, ਇੰਨੀ ਸ਼ੌਹਰਤ ਮਿਲਦੀ ਹੈ, ਤੇ ਇਹ ਮੁੰਡੇ ਤੋਂ ਸਾਂਭ ਕੇ ਨਹੀਂ ਰੱਖੀ ਗਈ। ਤੇ ਜੇ ਸਾਂਭ ਕੇ ਰੱਖਦਾ, ਇਹ ਆਪਣਾ ਬਹੁਤ ਵੱਡਾ ਬਿਜ਼ਨਸ ਕਰ ਜਾਂਦਾ ਇਹਦੇ ਵਿੱਚੋਂ, ਪਰ ਇਹਨੂੰ ਸਾਂਭ ਕੇ ਰੱਖਣੀ ਆਈ ਨਹੀਂ। ਹੁਣ ਇਹਦਾ ਜਿਹੜਾ ਭਵਿੱਖ ਹੈ ਉਹ ਬਹੁਤ ਧੁੰਦਲਾ ਜਿਹਾ ਨਜ਼ਰ ਆ ਰਿਹਾ। ਤੁਸੀਂ ਜੋਸ਼ੀ ਸਾਹਿਬ ਕੁਝ ਕਹਿਣਾ ਚਾਹੁੰਦੇ ਹੋ ਇਸ ਕੇਸ 'ਚ? ਮੈਂ ਤੁਹਾਡੀ ਗੱਲ ਨੂੰ ਕੰਟੀਨਿਊ ਰੱਖਦਾ। ਕਹਿੰਦੇ ਨਾ ਵਿਨਾਸ਼ ਕਾਲੇ ਵਿਪਰੀਤ ਬੁੱਧੇ, ਤੇ ਉਹਦਾ ਇਹ ਕੰਮ ਹੋਇਆ ਜਦੋਂ ਇਹ ਕਹਿੰਦਾ ਛੋਟਾ ਘੜਾ ਛੇਤੀ ਭਰ ਜਾਂਦਾ, ਇਹਦਾ ਜਿਹੜਾ ਘੜਾ ਉਹ ਛੋਟਾ ਸੀਗਾ, ਜਿਹੜਾ ਸਬਰ ਨਹੀਂ ਹੋਇਆ। 26 ਸਾਲ ਦੀ ਉਮਰ ਦੇ ਵਿੱਚ 4 ਪਰਚੇ ਦੇ ਦਰਜ ਹੋ ਗਏ। ਮੇਰੇ ਹਿਸਾਬ ਨਾਲ 4 ਮਹੀਨੇ ਦੇ ਵਿੱਚ ਇੱਕ ਪਰਚੇ ਦੀ ਐਵਰੇਜ ਪੈ ਰਹੀ ਹੈ। ਤੇ ਹਲੇ ਸਾਲ ਬਾਕੀ ਆ 2020 ਦਾ, ਠੀਕ ਹੈ। ਸੋ ਇਸ ਕਰਕੇ ਜੇ ਇਹਦੇ ਤੇ ਹਲੇ ਵੀ ਲਗਾਮ ਨਾ ਲਾਈ ਗਈ ਤੇ ਮੇਰੇ ਖਿਆਲ ਦੇ ਵਿੱਚ ਇਹ ਤਾਂ, ਕਿਉਂਕਿ ਹਰ ਇੱਕ ਗੱਲ ਦਾ ਜਵਾਬ, ਮੇਰੇ ਹੁਣ ਸਾਥੀ ਅਸੀਂ ਬੈਠੇ ਸੀਗੇ ਮਿਸਟਰ ਬਰਾੜ ਜਿਹੜੇ ਮੇਰੇ ਨਾਲ ਨੇ ਹੁਣ, ਉਹਨਾਂ ਨੇ ਬੜੀ ਵਧੀਆ ਗੱਲ ਕਹੀ ਵੀ ਇਹ ਤਾਂ ਹਰ ਇੱਕ ਗੱਲ ਦਾ ਜਵਾਬ ਜਿਹੜਾ ਗਾਣੇ ਦੇ ਵਿੱਚ ਜਾਂ ਆਪਣੇ ਮੀਡੀਆ ਵਾਲੇ ਨੂੰ ਗਾਲਾਂ ਕੱਢਤੀਆਂ ਜਾਂ ਗਾਣੇ ਦੇ ਵਿੱਚ ਕਹਿਤਾ, ਗਾਣੇ ਦਾ ਜਵਾਬ ਦੇਤਾ, ਆਪਣੀ ਹੱਡ ਬੀਤੀ ਜਿਹੜੀ ਉਹਦੇ ਨਾਲ ਹੋ ਰਹੀ ਆ, ਜਿਹੜੇ ਕਿ ਐਕਚੁਅਲ ਦੇ ਵਿੱਚ ਉਹ ਗੱਲ ਕਹਿ ਰਿਹਾ ਵੀ ਮੈਂ ਮੈਂ ਟਾਈ ਵੈਪਨ ਚਲਾਇਆ ਉਹਨੇ ਅਸਲੀ ਆ। ਤੇ ਜੇ ਸੰਜੇ ਦੱਤ ਨੇ ਤਾਂ ਐਡਮਿਟ ਕੀਤਾ ਸੀ, ਰੱਖੀ ਸੀ, ਤੇ ਤੂੰ ਕਿਉਂ ਨਹੀਂ ਐਡਮਿਟ ਕਰ ਰਿਹਾ? ਤੂੰ ਵੀ ਐਡਮਿਟ ਕਰ, ਮੈਂ ਚਲਾਇਆ। ਤੂੰ ਇਹ ਗੱਲ ਕਿਉਂ ਕਹਿ ਰਿਹਾ ਵੀ ਮੈਂ ਉੱਥੇ ਚਲਾਇਆ? ਤੇ ਲੋਕਾਂ ਦੇ ਅੱਗੇ ਤੂੰ ਗਾਣੇ 'ਚ ਸ਼ੇਖੀ ਮਾਰ ਰਿਹਾ ਵੀ ਜੱਟ ਤੇ ਜਿਹੜਾ ਪਰਚਾ ਜਿਹੜਾ ਸੰਜੇ ਦੱਤ ਤੇ।
ਸੋ AK-47 ਜੁੜ ਗਈ, 5 ਸਾਲੀ ਸਜ਼ਾ। ਪੰਨੂ ਸਾਹਿਬ ਕੁਝ ਕਹਿਣਾ ਚਾਹੁੰਦੇ ਆ, ਪੰਨੂ ਸਾਹਿਬ ਕੁਝ ਕਹਿਣਾ ਚਾਹੁੰਦੇ ਆ। ਅੱਜ ਇੱਕ ਚੈਨਲ ਦੇ ਉੱਤੇ ਉਹਦੀ ਇੰਟਰਵਿਊ ਜਿਹੜੀ ਦੀ ਆ ਰਹੀ, ਕਹਿੰਦਾ ਕਿ ਮੁੱਖ ਮੰਤਰੀ ਮੈਨੂੰ ਇਨਸਾਫ ਦੇਣ। ਉਹ ਮੁੱਖ ਮੰਤਰੀ ਕਿਸ ਚੀਜ਼ ਦਾ ਇਨਸਾਫ ਉਹਨੂੰ ਦੇਣ ਦੀ? ਔਰ ਦੂਜਾ ਉਹ ਇਹ ਕਹਿ ਰਿਹਾ ਕਿ ਕੁਝ ਜਿਹੜਾ ਪੱਤਰਕਾਰ ਭਾਈਚਾਰਾ ਆ ਜਾਂ ਪੰਜਾਬ ਦੇ ਕੁਝ ਲੋਕ ਨੇ ਜਿਨ੍ਹਾਂ ਚ ਉਹ ਕਈਆਂ ਨੂੰ ਗਿਣਦਾ, ਵਕੀਲਾਂ ਨੂੰ ਤੇ ਜਿਹੜਾ ਪੱਤਰਕਾਰਾਂ ਤੇ ਖਾਸ ਤੌਰ ਦੇ ਉੱਤੇ ਨਜ਼ਲਾ ਝਾੜ ਰਿਹਾ ਕਿ ਉਹ ਮੈਨੂੰ ਦਬਾਉਣਾ ਚਾਹੁੰਦੇ ਆ, ਮੇਰੀ ਤਰੱਕੀ ਤੋਂ ਖੁਸ਼ ਨਹੀਂ। ਬਸ ਆਹੀ 3-4 ਡਾਇਲਾਗ ਨੇ। ਜਿਹੜੀਆਂ ਭੇਡਾਂ ਇਹਦੇ ਮਗਰ ਲੱਗੀਆਂ ਉਹਨਾਂ ਦੇ ਡਾਇਲਾਗ ਵੀ ਕਦੇ ਨਹੀਂ ਬਦਲਦੇ, ਉਹ ਉਹੀ ਹੁੰਦੇ ਆ। ਤੈਨੂੰ ਕੋਈ ਹੋਰ ਕੰਮ ਨਹੀਂ। ਪਰ ਇਹਨਾਂ ਲੋਕਾਂ ਦੀ, ਪੰਨੂ ਸਾਹਿਬ ਤੁਸੀਂ ਇਹ ਨਾ ਕਹੋ ਕਿ ਇਹਨਾਂ ਦੇ ਡਾਇਲੋਗ ਨਹੀਂ ਬਦਲਣਗੇ। ਤਾਂ ਉਦੋਂ ਜਦੋਂ ਲਾਈਫ ਦਾ ਐਕਸਪੀਰੀਅੰਸ ਹੁੰਦਾ ਹੈ, ਜਦੋਂ ਬੰਦਾ ਛਿੱਤਰ ਖਾ ਕੇ ਅੱਗੇ ਲੰਘਿਆ, ਜਿਹਨੂੰ ਸੌਖੀ ਲੋਟਰੀ ਨਿਕਲ ਗਈ, ਜਿਹਨੂੰ ਪ੍ਰਸਿੱਧੀ ਪਲੇਟ 'ਚ ਰੱਖ ਕੇ ਮਿਲ ਗਈ, ਉਹਨੂੰ ਉਹਦੇ ਡਾਇਲੋਗ ਕਿਵੇਂ ਬਦਲ ਜਾਣਗੇ? ਉਹ ਡਾਇਲੋਗ ਤਾਂ ਉਨੇ ਕੀ ਆਉਂਦੇ ਆ, ਉਹਨਾਂ ਨੂੰ ਉਨੇ ਹੀ ਕਰਦੇ। ਤੁਰ ਜਾ ਫੇਮ ਭਾਲਦਾ ਤੇ ਤੁਸੀਂ ਫੇਮ ਭਾਲਦੇ ਹੋ ਤੇ ਤੁਸੀਂ ਤਰੱਕੀ ਤੇ ਜਲਦੇ ਹੋ। ਯਾਰ ਤਰੱਕੀ ਇਹੀ ਬੰਦਾ ਰਹਿ ਗਿਆ ਇਸ ਪਲੈਨਟ ਦੇ ਉੱਤੇ ਜਿਹਨੇ ਤਰੱਕੀ ਕੀਤੀ ਹੈ, ਹੋਰ ਦੁਨੀਆ ਨੇ ਤਰੱਕੀ ਨਹੀਂ ਕੀਤੀ। ਅਸੀਂ ਨਹੀਂ ਸਾਡਾ ਇਹਦੇ ਨਾਲ ਕੋਈ ਬਿਜ਼ਨਸ ਨਹੀਂ। ਪਰ ਜਿਹੜਾ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲਾ ਇਹ ਕਾਰਾ ਹਰ ਨਿਤ ਦਿਨ ਕਰ ਰਿਹਾ, ਤੇ ਜਿਹੜੀ ਇਹਦੀ ਜ਼ੁਬਾਨ ਹੈ ਇੰਨੇ ਗੰਦੇ ਤਰੀਕੇ ਦੇ ਨਾਲ ਇਹ ਮੀਡੀਆ ਭਾਈਚਾਰੇ ਨੂੰ, ਪੱਤਰਕਾਰ ਭਾਈਚਾਰੇ ਨੂੰ, ਟੈਲੀਵਿਜ਼ਨਾਂ ਵਾਲਿਆਂ ਨੂੰ, ਵਕੀਲਾਂ ਨੂੰ, ਕਿਸੇ ਨੂੰ ਇਹ ਬਖਸ਼ ਹੀ ਨਹੀਂ ਰਿਹਾ। ਇਹ ਕਹਿੰਦਾ ਮੈਂ ਰੱਬ ਬਣ ਗਿਆ। ਤੇ ਇਹਦੀ ਮੱਤ ਟਿਕਾਣੇ ਲਿਆਉਣੀ ਬਹੁਤ ਜ਼ਰੂਰੀ ਹੈ। ਇਸ ਕਰਕੇ ਸਾਨੂੰ ਇਹਦੇ ਨਾਲ ਕੋਈ ਨਹੀਂ, ਸਾਡੀ ਰਿਸ਼ਤੇਦਾਰੀ ਕੋਈ ਨਹੀਂ, ਸਾਡਾ ਬਿਜ਼ਨਸ ਕੋਈ ਨਹੀਂ। ਅਸੀਂ ਕਿਉਂ ਐਵੇਂ એનર્ਜੀ ਵੇਸਟ ਕਰਾਂਗੇ? ਹੋਰ ਬਹੁਤ ਮੁੱਦੇ ਨੇ। ਅੱਛਾ, ਇੱਕ ਇਹ ਬੜਾ ਸਵਾਲ ਕਰਦੇ ਆ ਇਹਦੇ ਕਮੈਂਟਾਂ 'ਚ, ਇਹਦੇ ਜਿਹੜੇ ਛਲਾਰੂ ਨੇ, ਉਹ ਇਹ ਕਹਿੰਦੇ ਆ ਕਿ ਜੀ ਹੋਰ ਮੁੱਦੇ ਮੁੱਕ ਗਏ ਪੰਜਾਬ 'ਚ। ਯਾਰ ਸਾਨੂੰ ਇਹ ਮੁੱਦਾ ਦੱਸੋ ਕੋਈ ਵੀ ਜਿਹਦੇ ਤੇ ਅਸੀਂ ਆਪਣੀ ਜ਼ੁਬਾਨ ਨਾ ਖੋਲੀ ਹੋਵੇ। ਚਾਹੇ ਬੇਅਦਬੀ ਦਾ ਮੁੱਦਾ ਹੋਵੇ, ਚਾਹੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਮੁੱਦਾ ਹੋਵੇ, ਚਾਹੇ ਪ੍ਰਾਈਵੇਟ ਸਕੂਲਾਂ ਦਾ ਮੁੱਦਾ ਹੋਵੇ, ਚਾਹੇ ਮੌਜੂਦਾ ਸਰਕਾਰ ਦੇ ਛਿੱਤਰ ਪਰੇਡ ਕਰਨ ਦਾ ਮੁੱਦਾ ਹੋਵੇ, ਜੋ ਵੀ ਮਰਜ਼ੀ ਮੁੱਦਾ ਹੋਵੇ, ਕਿੱਡੇ ਤੋਂ ਵੱਡਾ ਪ੍ਰਾਈਮ ਮਿਨਿਸਟਰ ਹੋਵੇ, ਚੀਫ ਮਿਨਿਸਟਰ ਹੋਵੇ, ਉਹਦੇ ਮੰਤਰੀ ਹੋਣ, ਧਰਮ ਸੋਤ ਹੋਵੇ, ਹੋਰ ਹੋਵੇ, ਕਿਤੇ ਤੇ ਸਾਡਾ ਮੂੰਹ ਨਹੀਂ ਖੁੱਲਿਆ, ਕਿਤੇ ਤੇ ਸਾਡੀ ਜ਼ੁਬਾਨ ਨਹੀਂ ਖੁੱਲੀ। ਪਰ ਇਹ ਮੁੱਦਾ ਨਹੀਂ। ਇਹਦੇ ਬਾਰੇ ਸੁਖਪਾਲ ਸਿੰਘ ਖਹਿਰਾ, ਮੈਂ ਅੱਜ ਟੀਵੀ ਤੇ ਵੀ, ਨੈਸ਼ਨਲ ਟੀਵੀ ਤੇ ਵੀ ਕਹੂੰਗਾ ਕਿ ਸੁਖਪਾਲ ਸਿੰਘ ਖਹਿਰਾ ਕੱਲਾ ਪੋਲੀਟੀਕਲ ਬੰਦਾ ਜਿਹੜਾ ਇਹਦੇ ਤੇ ਬੋਲਿਆ, ਨਾ ਕੋਈ ਆਮ ਆਦਮੀ ਪਾਰਟੀ ਦਾ ਕੋਈ ਲੀਡਰ ਬੋਲਿਆ ਤੇ ਨਾ ਕਾਂਗਰਸ ਦਾ ਬੋਲਿਆ, ਨਾ ਅਕਾਲੀਆਂ ਦਾ ਬੋਲਿਆ। ਇਹਦੇ ਪਿੱਛੇ ਕੀ ਸਿਆਸਤ ਹੈ? ਵੋਟਾਂ ਜੀ। ਆਈ ਥਿੰਕ ਵੋਟਾਂ ਦੀ ਸਿਆਸਤ ਹੋਣੀ ਹੈ ਸੰਧੂ ਸਾਹਿਬ, ਵੋਟਾਂ ਦੀ ਸਿਆਸਤ ਹੈਗੀ ਹੈ। ਬਾਕੀ ਦੂਜੀ ਗੱਲ ਇਹ ਹੈ, ਇਹ ਤਾਂ ਮੌਜੂਦਾ ਸਰਕਾਰ ਦੇ ਨਾਲ, ਮੌਜੂਦਾ ਸਰਕਾਰ ਦੇ ਵਿੱਚ ਇਹਦੀ ਮਦਰ ਜਿਹੜੇ ਨੇ, ਮਾਤਾ ਜਿਹੜੀ ਹੈ ਇਹਦੀ ਸਰਪੰਚ ਹੈ। ਦੂਜੀ ਗੱਲ ਇਹ ਆ, ਉਹਨੂੰ ਇਹ ਚਾਹੀਦਾ ਸੀਗਾ ਵੀ ਹਾਂ ਵੀ ਆਪਣੇ ਮੁੰਡੇ ਨੂੰ ਉਹਦੇ ਨਾਲ, ਉਹ ਤਾਂ 2-3 ਦਿਨ ਬਾਅਦ ਚ ਤਾਂ ਪਿੰਡ ਦੇ ਵਿੱਚ ਹੀ ਰਿਹਾ, ਖੈਰ ਵੀਡੀਓ ਪਾਉਂਦਾ ਰਿਹਾ, ਮੀਡੀਆ ਨੂੰ ਜਦੋਂ ਬੋਲਿਆ, ਲੇਕਿਨ ਇਹਨੂੰ ਇਹਦੇ ਚ ਇਹਨੂੰ ਸਾਹਮਣੇ ਆਉਣਾ ਚਾਹੀਦਾ ਸੀ, ਇਨਵੈਸਟੀਗੇਸ਼ਨ ਕਿ ਇਹਨੂੰ ਸਰੈਂਡਰ ਕਰਨਾ ਚਾਹੀਦਾ ਸੀਗਾ। ਇਹ ਤਾਂ ਡੱਬ ਚ ਪਿਸਤੌਲ ਪਾ ਕੇ ਤੇ ਫਿਲਮਾਂ ਦੀ ਸ਼ੂਟਿੰਗ ਕਰ ਰਿਹਾ, 2-2 ਗਾਣੇ ਰਿਲੀਜ਼ ਕਰ ਰਿਹਾ। ਬੰਬੀਹਾ ਬੋਲੇ ਗਾਣਾ ਜਿਹੜਾ ਪਹਿਲਾਂ ਇਹਦਾ ਰਿਲੀਜ਼ ਹੋਇਆ, ਉਹਦੇ ਚ ਵੀ ਗਨ ਕਲਚਰ ਨੂੰ ਇਹਨੇ ਗਲੈਮਰਾਈਜ਼ ਕੀਤਾ। ਪਿੱਛੇ ਇੱਕ ਬੰਦਾ ਮਾਰ ਕੇ ਸੁੱਟਿਆ ਹੋਇਆ ਤੇ 2 ਜਣੇ ਅੰਮ੍ਰਿਤਮਾਨ ਤੇ ਦੋਨੋਂ ਜਣੇ ਜਾ ਰਹੇ ਨੇ ਜੀਪ ਦੇ ਵਿੱਚ। ਕੀ ਸ਼ੋਅ ਕਰ ਰਹੇ ਨੇ? ਕਿੰਨੇ ਕੁ ਬੰਦੇ ਮਾਰਤੇ ਇਹਨਾਂ ਨੇ ਜੀ, ਕਿੰਨੇ ਕੁ ਬੰਦੇ ਮਾਰਤੇ? ਤੇ ਕੀ ਗੱਲ ਸ਼ੋਅ ਕਰ ਰਿਹਾ ਵੀ ਇਹ ਬਦਮਾਸ਼ ਨੇ? ਜਾਂ ਇਹ ਹੁਣ ਜਿਨ੍ਹਾਂ ਦੇ ਉੱਤੇ ਪਰਚੇ ਪੈਂਦੇ ਆ ਨਾ, ਉਹਨਾਂ ਨੂੰ ਪਤਾ ਲੱਗਦਾ ਵੀ ਹਾਂ ਵੀ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਪਤਾ ਲੱਗਦਾ। ਜੋਸ਼ੀ ਸਾਹਿਬ, ਤੁਸੀਂ ਐਡਵੋਕੇਟ ਹੋ, ਤੁਹਾਡੇ ਤੋਂ ਮੈਂ 2 ਟੈਕਨੀਕਲ ਸਵਾਲ ਪੁੱਛ ਕੇ ਫਿਰ ਬਲਤੇਜ ਪੰਨੂ ਜੀ ਵੱਲ ਆਉਣਾ, ਫਿਰ ਤੁਸੀਂ ਜਾ ਸਕਦੇ ਹੋ। ਪਰ ਸ਼ੁਕਲਾ ਸਾਹਿਬ ਨੇ ਜਿਹੜਾ ਕੇਸ ਕੀਤਾ, ਇੱਕ ਪਾਸੇ ਤਾਂ ਪੁਲਿਸ ਉਹਨੂੰ ਬਚਾ ਰਹੀ ਹੈ, ਇੱਕ ਪਾਸੇ ADGP ਫਿਰ ਇੱਕ ਹਾਈ ਕੋਰਟ ਦੇ ਨੋਟਿਸ ਆਰਡਰ ਦੇ ਹਿਸਾਬ ਨਾਲ ਉਹਨਾਂ ਤੇ ਕਰ ਰਿਹਾ ਕਿ ਇਹ ਵਾਇਲੈਂਸ ਕ੍ਰੀਏਟ ਕਰ ਰਿਹਾ ਤੇ ਇਹ ਹਥਿਆਰਾਂ ਨੂੰ ਪ੍ਰਮੋਟ ਕਰ ਰਿਹਾ, ਤੇ ਇਹਨੂੰ ਅਸੀਂ ਬੁੱਕ ਕਰ ਦਿੱਤਾ, FIR ਦਰਜ ਕਰ ਦਿੱਤੀ। ਕੀ ਹੁਣ 2 ਚੀਜ਼ਾਂ ਨਾਲੋਂ ਨਾਲ ਚੱਲਣਗੀਆਂ? DGP ਸਾਹਿਬ ਦਾ, ਜਿਵੇਂ ਤੁਸੀਂ ਕਹਿ ਰਹੇ ਹੋ, SSP ਦੇ ਸਾਹਿਬ ਦੇ ਉਹਦੇ ਨਾਲ ਸੰਬੰਧ ਨੇ, ਉਹ ਉਹਨੂੰ ਬਚਾਉਣ 'ਚ ਲੱਗਣਗੇ, ADGP ਸ਼ੁਕਲਾ ਉਹਨੂੰ ਫਸਾਉਣ 'ਚ ਲੱਗਣਗੇ। ਕੀ ਪੁਲਿਸ ਦੀ ਆਪਸ ਦੇ ਵਿੱਚ ਫਿਰ ਭਿੜ ਦੇ ਵਿੱਚ ਕੋਈ ਇਦਾਂ ਨਾ ਹੋਵੇ ਕਿ DGP ਸਾਹਿਬ ਜਿੱਤ ਜਾਣ? ਫਿਰ ਦੇਖੋ ਸਰ, ਏਦਾਂ ਹੈ, ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੇਜਰ ਸਾਹਿਬ, ਵੀ ਅਸੀਂ ਨਹੀਂ ਗੱਲ ਕਹਿ ਰਹੇ ਵੀ ਹਾਂ ਵੀ DGP ਸਾਹਿਬ ਦੀ ਉਹਦੇ ਨਾਲ ਕੀ ਗੱਲ ਹੈ ਕੀ ਨਹੀਂ। ਉਹਨਾਂ ਦਾ ਐਕਟ ਦੱਸ ਰਿਹਾ, ਐਕਟ ਸ਼ੋਅ ਕਰ ਰਿਹਾ ਉਹਨਾਂ ਦਾ ਵੀ ਜਿਹੜਾ 188 ਤੇ 51 ਡਿਜ਼ਾਸਟਰ ਮੈਨੇਜਮੈਂਟ, ਜਿਹੜਾ ਕਿ SHO ਵੀ ਲਾ ਸਕਦਾ ਸੀਗਾ, ਪਰ ਉਹ ਵੀ ਇੱਕ ਜਿਹੜਾ ਸਿੰਪਲ ਧਾਰਾਵਾਂ ਜਿਹੜੀਆਂ ਨੇ ਉਹਦਾ ਵੀ ਪਰਚਾ ਜਿਹੜਾ ਸਿੱਧੂ ਮੂਸੇਵਾਲੇ ਦੇ ਉੱਤੇ DGP ਦੀ ਡਾਇਰੈਕਸ਼ਨ ਦੇ ਉੱਤੇ ਹੋ ਰਿਹਾ। ਤੇ ਮੇਰੀ ਗੱਲ ਸੁਣੋ, ਕਨਫਰਟ ਬੰਦਾ ਵੀ ਦੱਸ ਦੂਗਾ ਵੀ ਹਾਂ ਵੀ DGP ਸਾਹਿਬ ਉਹਦੀ ਮਦਦ ਕਰ ਰਹੇ ਆ ਜਾਂ ਉਹਦੇ ਖਿਲਾਫ ਨੇ। ਬਾਕੀ ADGP ਸਾਹਿਬ ਨੇ ਹੁਣ ਇਹ, ਮੈਂ ਇੱਕ ਨਿਊਜ਼ ਚੈਨਲ ਦੇ ਵਿੱਚ ਪਹਿਲਾਂ ਵੀ ਕਹਿ ਕੇ ਹਟਿਆ, ਮੇਰੇ ਤੋਂ ਇਹੀ ਸਵਾਲ ਪੁੱਛਿਆ ਗਿਆ, ਮੈਂ ਉਹਦੇ ਚ ਇਹ ਗੱਲ ਕਹਿ ਵੀ ਇਹ ਤਾਂ ADGP ਸਾਹਿਬ, ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਵੀ ADGP ਸਾਹਿਬ ਨੇ
ਡੀਜੀਪੀ ਸਾਹਿਬ ਦੇ ਨਾਲ ਜਿਹੜਾ ਮਿਲ ਕੇ ਤੇ ਗੱਲਬਾਤ ਕਰਕੇ ਤੇ ਫਿਰ ਇਹ ਪਰਚਾ ਦਰਜ ਕੀਤਾ। ਉਹ ਡੀਜੀਪੀ ਸਾਹਿਬ ਜਿਹੜੇ ਨੇ ਸ਼ੁਕਲਾ ਸਾਹਿਬ ਉਹ ਜਵਾਬ ਦੇਣਗੇ ਇਸ ਚੀਜ਼ ਦਾ। ਬਟ ਕਿਧਰੇ ਨਾ ਕਿਧਰੇ ਦੀ ਪਹਿਲੇ ਦਿਨ ਤੋਂ ਮਦਦ ਹੋ ਰਹੀ ਸੀਗੀ ਤੇ ਇਹ ਮਾੜਾ ਜਿਹਾ ਦੇਖੋ, ਸਾਰੇ ਪੰਜਾਬ ਪੁਲਿਸ ਵਾਲੇ ਮਾੜੇ ਨਹੀਂ ਹੈਗੇ, ਇੱਕ ਦੋ ਜਿਹੜੇ ਬੰਦੇ ਨੇ ਉਸ ਹਿਸਾਬ ਨਾਲ ਉਹਦੀ ਜੇ ਮਦਦ ਵੀ ਕਰ ਰਹੇ ਨੇ। ਉਹਨਾਂ ਦਾ ਪਤਾ ਨਹੀਂ ਕੀ ਇੰਟਰਸਟ ਹੈ ਕੀ ਨਹੀਂ ਹੈ, ਕੌਣ ਉਹਨਾਂ ਦਾ ਜੋਸ਼ੀ ਸਾਹਿਬ ਜਿਹੜੀ ਅੰਤਰਜੀਤ ਸਿੰਘ ਦੀ ਜਿਹੜੀ ਸਟੇਟਮੈਂਟ ਹੈ, ਜਿਹੜੀ ਆਡੀਓ ਹੈ, ਕੀ ਉਹ ਕੁਝ ਕਰੂਗੀ ਕੋਰਟ ਦੀ ਨਿਗਾਹ ਦੇ ਵਿੱਚ ਜਦੋਂ ਤੁਸੀਂ ਲੈ ਕੇ ਜਾਓਗੇ? 161 ਦੇ ਜਿਹੜੇ ਬਿਆਨ ਨੇ, ਦੇਖੋ ਜੀ ਆਈਓ ਭਾਰਦਵਾਜ ਸਾਹਿਬ ਸੀਗੇ ਹੁਣ ਸਿੱਟ ਦੇ ਇੰਚਾਰਜ, ਜੇ ਉਹਦੇ ਫਾਈਲ ਦੇ ਵਿੱਚ 161 ਦੇ ਬਿਆਨ ਨਾ ਕੱਢਣ, ਉਹ ਜਿਨ੍ਹਾਂ ਦੀ ਉਹ ਪੁਸ਼ਟੀ ਕਰ ਰਿਹਾ, ਅਸੀਂ ਉਹਦੇ 'ਚ ਲਿਖ ਕੇ ਦਿੱਤਾ ਸਿੱਟ ਨੂੰ। ਸਾਨੂੰ ਐਪਰੀਹੈਂਸ਼ਨ ਹੈਗੀ ਆ ਵੀ ਉਹਦੇ 161 ਦੇ ਬਿਆਨ ਚੇਂਜ ਨਾ ਕਰ ਦੇਣ, ਬਟ ਅਸੀਂ ਉਹਦੇ 'ਚ ਐਪਲੀਕੇਸ਼ਨ ਲਿਖ ਕੇ ਦਿੱਤੀ ਆ ਅਲੋਂਗ ਵਿਦ ਅੰਤਰਜੀਤ ਦੀ ਰਿਕਾਰਡਿੰਗ ਜਿਹੜੀ ਹੈਗੀ ਆ ਤਿੰਨੋਂ ਸਿੱਟ ਦੇ ਮੈਂਬਰਸ ਨੂੰ, ਐਸਪੀ ਨੂੰ ਪਲੱਸ ਦਿਓਲ ਨੂੰ ਜਿਹੜਾ ਡੀਐਸਪੀ ਆ ਤੇ ਜਿਹੜਾ ਐਸਐਚਓ ਆ ਉਹਨੂੰ ਧਨੌਲੇ ਦਾ, ਵੀ ਇਹਦੇ 'ਚ ਸਾਨੂੰ ਅੰਤਰਜੀਤ ਨੇ ਫੋਨ ਕੀਤਾ ਤੇ ਇਸ ਨੰਬਰ ਤੋਂ ਫੋਨ ਕੀਤਾ ਤੇ ਸਾਡੀ ਜਿਹੜੀ ਸਟੇਟਮੈਂਟ ਰਿਕਾਰਡ ਕੀਤੀ ਜਾਵੇ। ਤੇ ਉਸ ਤੋਂ ਬਾਅਦ ਜਿਹੜੀ ਅਸੀਂ ਕੱਲ ਉਹ ਲੈਟਰ ਇੱਕ ਹੋਰ ਜਿਹੜਾ ਹੈਗਾ ਐਸਐਸਪੀ ਬਰਨਾਲਾ ਐਂਡ ਆਈਜੀ ਪਟਿਆਲਾ, ਏਡੀਜੀਪੀ ਕ੍ਰਾਈਮ ਪਲੱਸ ਡੀਜੀਪੀ ਸਾਹਿਬ ਨੂੰ ਲਿਖ ਕੇ ਦੇ ਰਹੇ ਆ ਵੀ ਸਾਨੂੰ 15 ਦਿਨ ਹੋ ਗਿਆ, ਹਾਲੇ ਤੱਕ ਇਹਦਾ ਕੋਈ 12 ਦਿਨ ਹੋ ਗਏ, ਇਹਦਾ ਹਾਲੇ ਤੱਕ ਕੋਈ ਜਵਾਬ ਨਹੀਂ ਆਇਆ। ਤੇ ਉਸ ਤੋਂ ਬਾਅਦ ਜੇ ਨਹੀਂ ਕਾਰਵਾਈ ਕਰਨਗੇ ਫਿਰ ਅਸੀਂ ਕੋਰਟ ਦਾ ਦਰਵਾਜ਼ਾ ਖੜਕੜਾਵਾਂਗੇ। ਅਸੀਂ 164 ਦੇ ਬਿਆਨ ਜਿਹੜੀ ਐਪਲੀਕੇਸ਼ਨ ਮੂਵ ਕਰਾਂਗੇ ਬਰਨਾਲਾ 'ਚ ਵੀ ਹਾਂ ਸਾਡੇ 164 ਦੇ ਬਿਆਨ ਦਰਜ ਕਰਾਏ ਜਾਣ। ਪਰ ਇੱਕ ਗੱਲ ਕਲੈਰੀਫਾਈ ਕਰਨੀ ਚਾਹੁੰਦਾ, ਲੋਕਾਂ ਨੇ ਬੜਾ ਰੌਲਾ ਪਾਇਆ ਜੀ ਉਹ ਬਰੀ ਹੋ ਗਿਆ ਜੀ, ਉਹਨੂੰ ਪੱਕੀ ਜ਼ਮਾਨਤ ਮਿਲ ਗਈ, ਕਿਉਂਕਿ ਭੇਡਾਂ ਨੂੰ ਜ਼ਿਆਦਾ ਪਤਾ ਤਾਂ ਹੁੰਦਾ ਨਹੀਂ, ਜਿਹੜੇ ਛਲਾਰੂ ਨੇ ਉਹ ਐਵੇਂ ਰੌਲਾ ਪਾਈ ਜਾਂਦੇ। ਉਹ ਤਾਂ ਸੰਗਰੂਰ ਦੇ ਕੇਸ 'ਚ ਮਿਲੀ ਹੈ ਜਿੱਥੇ ਆਪਾਂ ਇਨਵੋਲਵ ਨਹੀਂ ਸੀਗੇ, ਤੇ ਜਿਹੜੀ ਬਰਨਾਲਾ ਕੇਸ ਦੇ ਵਿੱਚ ਬੜਬਰ ਦੇ ਵਿੱਚ AK-47 ਦੀ ਵੀਡੀਓ ਸਾਹਮਣੇ ਆਈ ਸੀ, ਉਹਦੇ ਤਾਂ ਇਹਨਾਂ ਨੇ ਜ਼ਮਾਨਤ ਅਪਲਾਈ ਵੀ ਨਹੀਂ ਕੀਤੀ ਅਜੇ। ਇਜ਼ ਦੈਟ ਰਾਈਟ? ਬਿਲਕੁਲ ਸਹੀ ਗੱਲ ਹੈ ਜੀ। ਇਹ ਜਿਹੜੀ ਜ਼ਮਾਨਤ ਹੋਈ ਆ ਇਹ ਸੰਗਰੂਰ ਕੋਰਟ ਦੇ ਵਿੱਚੋਂ ਜਿਹੜੀ ਹੋਈ ਹੈ, ਇਸ ਤੋਂ ਪਹਿਲਾਂ ਵੀ 8 ਬੰਦਿਆਂ ਨੂੰ ਜ਼ਮਾਨਤ ਮਿਲ ਚੁੱਕੀ ਆ। ਤੇ ਜਿਹੜੀ ਅਸੀਂ ਬਰਨਾਲੇ ਦੇ ਵਿੱਚ ਅਸੀਂ ਅਪੋਜ਼ ਕੀਤੀ ਸੀਗੀ ਤੇ ਅਸੀਂ ਉੱਥੇ ਜਾ ਕੇ ਆਨਰੇਬਲ ਆਪਣੇ ਏਡੀਜੀ ਅਰੁਣ ਗੁਪਤਾ ਜੀ ਦੇ ਕੋਰਟ ਦੇ ਵਿੱਚ ਅਸੀਂ ਜਾ ਕੇ ਐਕਚੁਅਲ ਫੈਕਟ ਦੱਸੇ, ਉਹਨਾਂ ਨੂੰ ਦੱਸਿਆ ਵੀ ਇਹ ਪਰਚਾ ਕਿੱਦਾਂ ਦਰਜ ਹੋਇਆ, ਕੀ ਸੀਗਾ, ਵੀਡੀਓਜ਼ ਦਿਖਾਈਆਂ। ਉਸ ਤੋਂ ਬਾਅਦ ਜਿਹੜਾ ਹੈਗਾ ਡਾਕੂਮੈਂਟਸ ਪੇਸ਼ ਕੀਤੇ, ਉਹਨਾਂ ਨੂੰ ਇਹ ਦੱਸਿਆ ਵੀ ਹਾਈ ਕੋਰਟ ਨੇ ਜਦੋਂ ਹਾਈ ਕੋਰਟ ਦੇ ਵਿੱਚ PIL ਪਾਈ ਗਈ, ਉਸ ਤੋਂ ਬਾਅਦ ਆਬਜੈਕਟ ਲੱਗਿਆ ਉਸ ਤੋਂ ਬਾਅਦ 8 ਦੇ 8 ਬੰਦੇ ਦੀ ਜ਼ਮਾਨਤਾਂ ਜਿਹੜੀਆਂ ਡਿਸਮਿਸ ਹੋ ਗਈਆਂ, ਜਿਹੜੀ ਕਿ ਆਨਰੇਬਲ ਹਾਈ ਕੋਰਟ ਤੋਂ ਬਾਅਦ ਆਨਰੇਬਲ ਹਾਈ ਕੋਰਟ ਦੇ ਵਿੱਚ ਜਿਹੜੀਆਂ ਨੇ ਉਹਨਾਂ ਨੂੰ ਇੰਟਰਮ ਜ਼ਮਾਨਤਾਂ ਮਿਲੀਆਂ ਨੇ। ਉਸ ਤੋਂ ਬਾਅਦ 7 ਸਤੰਬਰ ਦੇ ਵਿੱਚ ਜਿਹੜੀ ਉਹਦੀ ਹੈ ਡੇਟ ਹੈ ਨੈਕਸਟ ਡੇਟ, ਹਾਲੇ ਤੱਕ ਹਾਈ ਕੋਰਟ ਨੇ ਵੀ ਉਹ ਕਨਫਰਮ ਨਹੀਂ ਕੀਤੀਆਂ। ਥੱਲੋਂ ਹੁਣ ਇਹਦੀ ਜਿਹੜੀ ਜ਼ਮਾਨਤ ਆ ਉਹ ਕਨਫਰਮ ਹੋਈ ਆ, ਪਲੱਸ ਜਿਹੜੀ ਸਿੱਧੂ ਮੂਸੇਵਾਲੇ ਦੀ ਆ। ਉਸ ਤੋਂ ਬਾਅਦ ਇਹਨੇ ਬਰਨਾਲੇ ਦੇ ਵਿੱਚ ਹਾਲੇ ਤੱਕ ਫਾਈਲ ਨਹੀਂ ਕੀਤੀ। ਨਾਲੇ ਦੂਜੀ ਗੱਲ, ਜ਼ਮਾਨਤ ਹੋਣਾ ਨਾ ਹੋਣਾ ਕੋਈ ਵੱਡੀ ਗੱਲ ਨਹੀਂ ਹੈਗੀ, ਠੀਕ ਹੈ। ਹਾਂ, ਪੁਲਿਸ ਉਹਨੂੰ ਜਿਹੜਾ ਅਕਿਊਜ਼ ਦਾ ਰਾਈਟ ਹੈ ਵੀ ਉਹਨੂੰ ਐਂਟੀਸਪੈਕਟਰੀ ਬੇਲ ਜਿਹੜੀ ਹੈ ਅਪਲਾਈ ਕਰੇ, ਤੇ ਪਰ ਪੁਲਿਸ ਦਾ ਕੋਈ ਰਾਈਟ ਨਹੀਂ ਬਣਦਾ ਵੀ ਐਂਟੀਸਪੈਕਟਰੀ ਬੇਲ ਜਿਹੜਾ ਹੈਗਾ ਉਹਨਾਂ ਨੂੰ ਫਾਈਲ ਕਰਨ ਦਾ ਮੌਕਾ ਦੇਵੇ, ਜਿਹੜਾ ਕਿ ਉਹ ਕਾਮਨ ਬੰਦਿਆਂ ਨੂੰ ਇਹ ਜਿਹਾ ਮੌਕਾ ਨਹੀਂ ਦਿੰਦੀ। ਪਲੱਸ ਉਸ ਤੋਂ ਬਾਅਦ ਤਾਂ ਟ੍ਰਾਇਲ ਚੱਲਣਾ, ਹਲੇ ਉਹ ਟ੍ਰਾਇਲ ਦੇਖੋ ਕਿੰਨਾ ਲੰਬਾ ਚੱਲਦਾ। ਟ੍ਰਾਇਲ ਤੋਂ ਬਾਅਦ ਦੇਖੋ ਜੀ ਸਟੇਟ ਅਪੀਲ ਦੇ ਵਿੱਚ ਜਾਂਦੀ ਹੈ ਨਹੀਂ ਜਾਂਦੀ। ਅੱਜ ਕਾਂਗਰਸ ਗਵਰਨਮੈਂਟ ਹੈ, ਕੱਲ ਨੂੰ ਅਕਾਲੀ ਹੋਣਗੇ ਜਾਂ ਬੀਜੇਪੀ ਵਾਲੇ ਹੋਣਗੇ, ਤੇ ਉਸ ਤੋਂ ਬਾਅਦ ਤਾਂ ਦੇਖੋ ਜੀ ਅੱਗੇ ਤਾਂ ਕੁਝ ਨਹੀਂ ਕਹਿ ਸਕਦੇ, ਬਰੀ ਹੁੰਦੇ ਆ, ਸਜ਼ਾ ਹੁੰਦੀ ਆ। ਇਹ ਤਾਂ ਸਬੂਤਾਂ ਦੇ ਆਧਾਰ ਦੇ ਉੱਤੇ ਹੈ, ਤੇ ਜਿਹੜੇ ਤੱਕ ਹਾਲੇ ਤੱਕ ਸਬੂਤ ਨੇ, ਸਾਨੂੰ ਸਿਰਫ ਇਹੀ ਡਾਊਟ ਹੈ ਵੀ ਕਿਧਰੇ ਪੰਜਾਬ ਪੁਲਿਸ ਜਿਹੜੀ ਆ, ਕਿਉਂਕਿ ਉਹਨਾਂ ਦੇ ਮੁਲਾਜ਼ਮ ਵੀ ਇਨਵੋਲਵ ਨੇ, DSP ਵੀ ਇਨਵੋਲਵ ਹੈ। ਹੁਣ ਤਾਂ DSP ਦਾ ਆਈ ਥਿੰਕ ਦਲਜੀਤ ਵਿਰਕ ਜਿਹੜਾ ਹੈਗਾ DSP, ਉਹਦਾ ਵੀ ਪਰਚੇ ਦੇ ਵਿੱਚ ਨਾਮ ਜਿਹੜਾ ਐਡ ਹੋਣ ਦੇ ਚਾਂਸਸ ਜਿਹੜੇ ਨੇ ਬਹੁਤ ਵੱਧ ਗਏ ਨੇ ਵੀ ਅੰਤਰਜੀਤ ਦੀ ਆ ਰਿਕਾਰਡਿੰਗ ਵਾਇਰਲ ਕਰਨ ਤੋਂ ਬਾਅਦ। ਤੇ ਆਈ ਥਿੰਕ ਕਿਧਰੇ ਨਾ ਕਿਧਰੇ ਉਹਦੇ ਵੀ ਜਿਹੜਾ ਖਤਰੇ ਦੇ ਬੱਦਲ ਉਹਦੇ ਵੀ ਤੁਸੀਂ ਲੱਗੇ ਹੋ ਪੁਰਜੋਰ ਤਰੀਕੇ ਨਾਲ ਐਂਡ ਤੱਕ ਲੈ ਕੇ ਜਾਓਗੇ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਇਸ ਕੇਸ ਨੂੰ? ਦੇਖੋ ਜੀ, ਸਾਡੀ ਕੋਸ਼ਿਸ਼ ਜ਼ਰੂਰ ਰਹੇਗੀ। ਬਾਕੀ ਜੇ ਅਸੀਂ ਸ਼ੁਰੂ ਤੋਂ ਲੈ ਕੇ ਹਾਲੇ ਤੱਕ ਜਿਹੜਾ ਅੱਜ ਤੱਕ ਨਹੀਂ ਡਗਮਗਾਏ, ਤੇ ਅਸੀਂ ਅੱਗੇ ਵੀ ਜਿਹੜਾ ਹੈਗਾ ਅਸੀਂ ਪੂਰਾ ਠੋਕ ਕੇ ਜਿਹੜਾ ਹੈਗਾ ਇਸ ਕੇਸ ਨੂੰ ਅੱਗੇ ਲੈ ਕੇ ਜਾਵਾਂਗੇ। ਸਾਡਾ ਕੋਈ ਇੱਕ ਪੈਸੇ ਦਾ ਕਿਸੇ ਦਾ ਇੰਟਰਸਟ ਨਹੀਂ। ਸਾਨੂੰ ਇੱਕ ਬੰਦਾ ਗੱਲ ਕਹਿ ਦੇ ਵੀ ਹਾਂ ਵੀ ਕਦੇ ਅਸੀਂ ਕਿਸੇ ਨੂੰ ਪੈਸੇ ਡਿਮਾਂਡ ਕੀਤੀ ਹੈ ਜਾਂ ਕੋਈ ਹੋਰ ਜਾਂ ਕਿਸੇ ਇਸ ਬੰਦੇ ਤੋਂ ਡਿਮਾਂਡ ਕੀਤੀ ਹੋਵੇ। ਸਾਡਾ 1% ਨਾਲ ਨਾ ਕੋਈ ਅਸੀਂ ਸਿੰਗਰ ਆ ਜਿਹੜਾ ਹੈਗਾ, ਨਾ ਕੋਈ ਸਾਡਾ ਕੋਈ YouTube ਚੈਨਲ ਹੈ, ਨਾ ਕੁਛ ਹੋਰ ਹੈ। ਜੇ ਇਹ ਗੱਲ ਕਹਿੰਦਾ ਵੀ ਹਾਂ ਵੀ ਨਹੀਂ ਮੇਰੀ ਚੜਾਈ ਤੋਂ ਚੜਦੇ ਨੇ ਜੀ। ਐਨੀਵੇ, ਤੁਹਾਡੀ ਇਹ ਸੋਚ ਨੂੰ ਆਪਾਂ ਸਲੂਟ ਕਰਦੇ ਹਾਂ। ਥੈਂਕ ਯੂ ਤੁਹਾਡਾ। ਜਿਹੜੀ ਚੀਜ਼ਾਂ ਨੇ ਨਾ ਜੀ ਤੁਸੀਂ ਹੁਣ ਕੁਝ ਕਹਿਣਾ ਚਾਹੁੰਦੇ ਹੋ ਜਾਂ ਸਤਿ ਸ਼੍ਰੀ ਅਕਾਲ ਬੁਲਾ ਕੇ ਜਾਣਾ ਚਾਹੁੰਦੇ ਹੋ? ਤੁਸੀਂ ਜਾ ਸਕਦੇ ਹੋ ਜਾਂ ਹੋਰ ਕੋਈ ਗੱਲ ਹੈ? ਜੀ ਸਾਨੂੰ ਆਉਣਾ ਪਏਗਾ ਸੀਗਾ, ਅਸੀਂ ਕਾਰ ਦੇ ਵਿੱਚ ਹੀ ਬੈਠੇ ਹਾਂ ਤੇ ਫਰੈਂਡਸ ਵੇਟ ਕਰ ਰਹੇ ਨੇ, ਸੋ ਮੈਂ क्षमा ਮੰਗਦਾ ਸਾਰਿਆਂ ਤੋਂ। ਤੇ ਜਦੋਂ ਵੀ ਟਾਈਮ ਲੱਗੇ ਪੰਨੂ ਸਾਹਿਬ ਨਾਲ ਚੰਦ ਗੱਲਾਂ ਕਰਨੀਆਂ ਮੈਂ ਹਜੇ। ਠੀਕ ਹੈ ਜੀ।
ਥੈਂਕ ਯੂ ਤੁਹਾਡਾ ਹਾਂਜੀ, ਰਵੀ ਜੋਸ਼ੀ ਜੀ, ਠੀਕ ਤੁਸੀਂ ਹੈ। ਸਮਾਂ ਕੱਢਿਆ, ਬਹੁਤ ਬਹੁਤ ਕੀਮਤੀ ਧੰਨਵਾਦ ਸਮਾਂ ਜੀ, ਕੱਢਿਆ। ਵਾਹਿਗੁਰੂ ਚੜ੍ਹਦੀ ਕਲਾ, ਵਾਹਿਗੁਰੂ। ਚੜ੍ਹਦੀ ਕਲਾ। ਤੇ ਬਲਤੇਜ ਪੰਨੂ ਜੀ, ਹੁਣ ਆਪਾਂ ਗੱਲ ਕਰਦੇ ਹਾਂ ਦਿਲ ਖੋਲ ਕੇ ਥੋੜੀ ਜੀ। ਤੁਸੀਂ ਇਹ ਸਾਰੇ ਮਾਮਲੇ ਨੂੰ ਸੁਣਿਆ, ਤੁਸੀਂ ਕੇਸ ਨੂੰ ਵੀ ਦੇਖਿਆ, ਤੁਹਾਡੇ ਕੋਲ ਜਿਹੜੇ ਮੇਰੇ ਕੋਲ ਡਾਕੂਮੈਂਟ ਪਹੁੰਚੇ ਆ ਤੁਹਾਡੇ ਕੋਲ ਵੀ ਪਹੁੰਚੇ, ਤੇ ਤੁਸੀਂ ਇਸ ਮਾਮਲੇ ਦੇ ਵਿੱਚ ਕੀ ਕਹਿਣਾ ਚਾਹੋਗੇ? ਇਹ ਸਾਰੀ ਸਥਿਤੀ ਨੂੰ ਮੁੱਖ ਰੱਖਦੇ ਹੋਏ ਪੁਲਿਸ ਦਾ ਰੋਲ, ਇਹਦੀ ਜਿਹੜੀ ਟਰੋਲ ਆਰਮੀ ਹੈ ਉਹਦਾ ਰੋਲ, ਜਾਂ ਇਸ ਬੰਦੇ ਦਾ ਆਪ ਦਾ ਨਿੱਜੀ ਰੋਲ, ਇਹ ਕੀ ਲੱਗਦਾ ਤੁਹਾਨੂੰ? ਦੇਖੋ, ਇਸ ਤਰ੍ਹਾਂ ਹੈ ਸੰਧੂ ਸਾਹਿਬ, ਮੈਂ ਫਿਰ ਇਹ ਗੱਲ ਕਹੂੰਗਾ ਜੀ ਕਿ ਇਹ ਲਗੌੜ ਉਹ ਆਪ ਹੀ ਲਫ਼ਜ਼ ਜਿਹੜਾ ਜੀ ਉਹ ਵਰਤਦਾ, ਇਹ ਲਗੌੜ ਹੀ ਹੈ ਜਿਹੜੀ ਇਕੱਠੀ ਹੋਈ ਹੈ ਜੀ। ਔਰ ਇਹਨਾਂ ਤੋਂ ਮੇਰਾ ਖਿਆਲ ਕੁਝ ਐਕਸਪੈਕਟ ਚੰਗਾ ਕੀਤਾ ਜਾ ਸਕਦਾ ਸੀ, ਹੁਣ ਤਾਂ ਕੋਈ ਉਮੀਦ ਜਿਹੜੀ ਜੀ ਉਹ ਰਹੀ ਨਹੀਂ। ਇੰਨੀ ਪ੍ਰਸਿੱਧੀ ਬਹੁਤ ਘੱਟ ਮਿਲਦੀ ਹੁੰਦੀ ਆ, ਮਿਲੀ ਸੀ ਤੇ ਉਹਨੂੰ ਯੂਟਿਲਾਈਜ਼ ਕਰਦਾ ਰਹਿੰਦਾ। ਅਸੀਂ ਉਹ ਤੋਂ ਕੀ ਜਿਹੜਾ ਜੀ ਉਹ ਲੈਣਾ ਹੈ? ਨਾ ਅੱਜ ਤੱਕ ਮੈਂ ਕਦੀ ਇਹਨੂੰ ਮਿਲਿਆ ਜੀ, ਕਦੇ ਵੀ ਜ਼ਿੰਦਗੀ ਦੇ ਵਿੱਚ ਨਾ ਕੋਈ ਲੈਣਾ ਦੇਣਾ ਜੀ। ਹਾਂ, ਸਿਰਫ ਇੰਨਾ ਜ਼ਰੂਰ ਆ ਕਿ ਸੁਸਾਇਟੀ ਪ੍ਰਤੀ, ਅਗਲੀ ਪੀੜ੍ਹੀ ਪ੍ਰਤੀ ਜਿਹੜੇ ਜੀ ਉਹ ਜ਼ਰੂਰ ਜਵਾਬਦੇਹੀ ਸਾਡੀ ਹੋਣੀ ਹੈ, ਕਿਉਂਕਿ ਇਹ ਚੀਜ਼ਾਂ ਤਾਂ ਬਣ ਗਈਆਂ ਨਾ। ਜਦੋਂ ਇਹ ਚਰਚਾ ਹੋਊਗਾ ਕਿ ਇਸ ਤਰੀਕੇ ਨਾਲ AK47 ਤੇ ਇਹਨੇ ਇਸ ਚੀਜ਼ ਨੇ ਪੰਜਾਬ ਨੂੰ ਤਬਾਹ ਕੀਤਾ, ਤੇ ਉਦੋਂ ਇਹ ਵੀ ਤਾਂ ਲੋਕ ਲੱਭਣਗੇ ਨਾ ਵੀ ਕੋਈ ਬੋਲਿਆ ਸੀ ਇਹਨਾਂ ਵਾਸਤੇ, ਤੇ ਉਦੋਂ ਕਮ ਸੇ ਕਮ ਕੋਈ ਤਾਂ ਇਹ ਲੱਭ ਹੀ ਸਕੂਗਾ ਨਾ ਵੀ ਆਹ ਬੰਦੇ ਹੈਗੇ ਸੀ ਜਿਹੜੇ ਉਸ ਟਾਈਮ ਬੋਲੇ ਸੀ, ਉਹਨਾਂ ਨੇ ਵਿਰੋਧ ਕੀਤਾ ਸੀਗਾ ਇਸ ਚੀਜ਼ ਦਾ। ਮੈਨੂੰ ਯਾਦ ਆਇਆ ਕਿ ਜਿਹੜੀ ਸਭ ਤੋਂ ਪਹਿਲਾਂ ਡਾਕੂਮੈਂਟਰੀ ਬਣਾਈ ਸੀ, ਅੱਜ ਤੋਂ 11 ਸਾਲ ਪਹਿਲਾਂ ਬਣਾਈ ਸੀ ਸੰਧੂ ਸਾਹਿਬ, ਚਿੱਟੇ ਦਾ ਚਿੱਟਾ ਸੱਚ ਜੀ। ਉਹ ਹਰੀਕੇ ਪੱਤਨ ਦੇ ਨੇੜੇ ਤੇੜੇ ਪਿੰਡਾਂ ਦੇ ਉੱਤੇ ਸੀ ਕਿ ਜੇ ਨਾ ਤੁਸੀਂ ਸੰਭਲੇ ਤਾਂ ਪੰਜਾਬ ਤਬਾਹੀ ਦੇ ਕੰਢੇ ਦੇ ਉੱਤੇ ਖੜਾ, ਇਹ ਤੁਹਾਡੀਆਂ ਦਰ ਖੜਕਾ ਰਿਹਾ। ਔਰ ਉਦੋਂ ਬਾਅਦ ਕੀ ਹੋਇਆ ਪਿਛਲੇ 10 ਸਾਲਾਂ ਦੇ ਦੌਰਾਨ, ਮੈਨੂੰ ਉਹਦੇ ਡਿਟੇਲ ਦੇ ਵਿੱਚ ਜਾਣ ਦੀ ਜਿਹੜੀ ਜੀ ਉਹ ਜ਼ਰੂਰਤ ਨਹੀਂ। ਇਹ ਕਹਿੰਦੇ ਕਿ ਮੁੱਦੇ ਨਹੀਂ ਉਠਾਉਂਦੇ, ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਮੁੱਦਾ ਸੀ, ਪਿੰਡ ਪਿੰਡ ਜਾ ਕੇ ਅਸੀਂ ਨੁੱਕੜ ਨਾਟਕ ਜਿਹੜਾ ਜੀ ਉਹ ਕਰਦੇ ਰਹੇ। ਜੜੋਂ ਉਖੜੇ ਲੋਕ 5-5 ਹਜ਼ਾਰ ਬੰਦਾ ਜਿਹੜਾ ਜੀ ਉਹਨੂੰ ਵੇਖਣ ਉਸ ਨਾਟਕ ਨੂੰ ਆਉਂਦਾ ਸੀ। ਤੁਸੀਂ ਉਹ ਜ਼ਿਕਰ ਕੀਤਾ, ਕਿਹੜਾ ਇਸ਼ੂ ਆ ਜਿਹਦੇ ਉੱਤੇ ਅਸੀਂ ਨਹੀਂ ਬੋਲੇ, ਔਰ ਡਟ ਕੇ ਇਹਦੇ ਉੱਤੇ ਵੀ ਬੋਲਾਂਗੇ, ਕਿਉਂਕਿ ਇਹ ਸਾਡੇ ਨਾਲ ਰਿਲੇਟਡ ਹੈ, ਸਾਡੇ ਪੰਜਾਬ ਦੇ ਨਾਲ ਰਿਲੇਟਡ ਹੈ। ਅਸੀਂ ਕਿਸੇ ਧਾੜਵੀ ਨੂੰ ਇਉਂ ਪੰਜਾਬ ਨੂੰ ਤਬਾਹ ਕਰਨ ਦੀ ਇਜਾਜ਼ਤ ਬਿਲਕੁਲ ਨਹੀਂ ਦੇਵਾਂਗੇ, ਸਾਨੂੰ ਚਾਹੇ ਉਹਦੇ ਲਈ ਕੁਝ ਵੀ ਭੁਗਤਣਾ ਪਵੇ। ਤੇ ਇੱਕ ਗੱਲ, ਇਦੋਂ ਪਹਿਲਾਂ ਵੀ ਪਾਵਰਫੁਲ ਬੰਦੇ ਬਹੁਤ ਹੋਏ ਨੇ। ਹੁਣ ਤੁਸੀਂ ਆਸਾਰਾਮ ਦੇਖ ਲਓ, ਤੇ ਤੁਸੀਂ ਹੋਰ ਨਾ ਨੇੜੇ ਜਾਓ, ਪੰਜਾਬ ਦੇ ਨੇੜੇ ਜਾ ਕੇ ਦੇਖ ਲਓ। ਆਹ ਡੇਰਾ ਸਾਧ ਸੀ ਜਿਹਦੀ ਤੁਸੀਂ ਕੱਲ ਪਰਸੋਂ ਵੀਰਪਾਲ ਦੀ ਡੇਰੇ ਵਾਲੀ ਦੀ ਇੰਟਰਵਿਊ ਵੀ ਕਰਕੇ ਆਏ ਹੋ, ਮੈਂ ਤੁਹਾਡੀ ਇੰਟਰਵਿਊ ਦੇਖੀ ਹੈ ਸਾਰੀ, ਵੀਰਪਾਲ ਕੌਰ ਦੀ। ਤੇ ਇਹ ਡੇਰਾ ਸਾਧ ਸੀ ਜਿਹਦੇ ਕੋਲੇ ਐਡੀ ਵੱਡੀ ਚੇਅਰ ਸੀ, ਇਹਦੇ ਤੋਂ 10 ਗੁਣਾ ਜ਼ਿਆਦਾ ਪਾਵਰਫੁਲ, 100 ਗੁਣਾ ਜ਼ਿਆਦਾ ਪਾਵਰਫੁਲ ਬੰਦਾ, ਤੇ ਉਹ ਕਿਸੇ ਨਾਲ ਹੱਥ ਵੀ ਨਹੀਂ ਸੀ ਮਿਲਾਉਂਦਾ, ਦੂਰੋਂ ਹੱਥ ਖੜਾ ਕਰ ਦਿੰਦਾ ਸੀ ਕਿ ਸੁਖਬੀਰ ਬਾਦਲ ਆਏ, ਉਹਨੂੰ ਅਸ਼ੀਰਵਾਦ ਦੂਰੋਂ ਹੀ ਦੇ ਦਿੰਦਾ ਸੀ। ਪ੍ਰਕਾਸ਼ ਸਿੰਘ ਬਾਦਲ ਥੱਲੇ ਬੈਠਦੇ ਸੀ ਤੇ ਉਹ ਬਹੁਤ ਵੱਡੀ ਕੁਰਸੀ ਤੇ ਬੈਠਦਾ ਸੀ, ਜਿੱਦਾਂ ਰਾਜੇ ਮਹਾਰਾਜੇ ਪਹਿਲੇ ਜ਼ਮਾਨੇ 'ਚ ਬੈਠਦੇ ਸੀ। ਤੇ ਮੋਦੀ, ਅਮਿਤ ਸ਼ਾਹ, ਕਿਹੜਾ ਮਤਲਬ ਇੰਡੀਆ ਦਾ ਪਾਵਰਫੁਲ ਲੀਡਰ ਨਹੀਂ ਜਿਹੜਾ ਉਹਦੇ ਚਰਨਾਂ ਦੇ ਵਿੱਚ ਜਾ ਕੇ ਖੜਾ ਹੋ ਗਿਆ, ਹੱਥ ਜੋੜ ਕੇ ਖੜਾ ਨਹੀਂ ਹੋਇਆ। ਤੇ ਉਹਦੀ ਐਗਜ਼ਾਮਪਲ ਉਹਨੂੰ ਯਾਦ ਨਹੀਂ, ਜਾਂ ਉਹਦੀ ਜਿਹੜੀ ਲੰਗੌੜ ਹੈ ਉਹਨੂੰ ਇਹ ਦੱਸਦੀ ਨਹੀਂ ਹੋਊਗੀ ਕਿ ਭਾਈ ਇੱਥੇ ਬਹੁਤ ਵੱਡੇ ਵੱਡੇ ਰੁੜ ਗਏ, ਤੂੰ ਇੰਨੀਆਂ ਚਵਲਾਂ ਨਾ ਮਾਰ, ਤੇ ਤੂੰ ਆਹ ਘਾਣ ਨਾ ਕਰ, ਕਾਨੂੰਨ ਦੇ ਨਾਲ ਨਾ ਖੇਡ। ਇਹੀ ਬੰਦੇ ਨੇ ਜਿਹੜੇ ਅੱਜ ਤੇਰੇ ਹੱਥ 'ਚ AK47 ਫੜਾ ਰਹੇ ਆ, ਇਹੀ ਤੇਰੇ ਗਲ 'ਚ ਫੰਦਾ ਪਾਉਣ ਵਾਸਤੇ ਵੀ ਇਹੀ ਹੋਣਗੇ। ਤੇ ਇਹ ਗੱਲ ਉਹਨੂੰ ਕੋਈ ਸਮਝਾਉਂਦਾ ਨਹੀਂ, ਜਾਂ ਉਹਦੀ ਟੀਮ 'ਚ ਕੋਈ ਬੰਦਾ ਹੈ ਨਹੀਂ ਅਸੀਂ ਇਹ ਗਲਤ ਕੰਮ ਨੇ। ਦੇਖੋ, ਇਹ ਚੀਜ਼ਾਂ ਤੁਹਾਨੂੰ ਪੇਰੈਂਟਸ ਤੋਂ ਮਿਲਦੀਆਂ ਨੇ ਜੀ। ਮੇਰਾ ਖਿਆਲ ਉਹਨਾਂ ਦੀ ਜਿਹੜੀ ਛੋਟੇ ਹੁੰਦਿਆਂ ਦੀ ਅਕਲ ਜਿਹੜੀ ਆ ਜੀ ਉਹ ਦਿੱਤੀ ਹੋਈ ਤੁਹਾਡੇ ਉਮਰ ਭਰ ਕੰਮ ਆਉਂਦੀ ਆ। ਮੈਂ ਇਹਦੇ ਵਿੱਚ ਜਿਹੜਾ ਜੀ ਕਸੂਰਵਾਰ ਉਹਦੇ ਪੇਰੈਂਟਸ ਨੂੰ ਜਿਹੜਾ ਜੀ ਉਹ ਮੰਨਦਾ, ਜੇ ਉਹ ਸਿਆਸਤ ਦੇ ਵਿੱਚ ਵੀ ਹੈ, ਉਹਨਾਂ ਨੇ ਅਕਲ ਨਹੀਂ ਦਿੱਤੀ। ਤੁਸੀਂ ਜ਼ਿਕਰ ਕਰ ਰਹੇ ਹੋ ਕਿ ਰਾਮਪਾਲ ਹੁੰਦਾ ਸੀ, ਤੁਹਾਨੂੰ ਯਾਦ ਹੋਣਾ, ਹਰਿਆਣੇ ਦੇ ਵਿੱਚ ਉਹਨੇ ਆਪਣੀ ਆਰਮੀ ਬਣਾਈ ਹੋਈ ਸੀ। ਜੀ ਮੈਂ ਦੇਖਿਆ ਉਹਨੂੰ। ਹਾਂਜੀ, ਉਹਨੂੰ ਉਹਦੇ ਕੁੜੀ ਦੇ ਵਿਆਹ ਦੇ ਵਾਸਤੇ ਪੈਰੋਲ ਤੱਕ ਨਹੀਂ ਮਿਲ ਰਹੀ ਜੀ। ਆਸਾਰਾਮ ਸਭ ਦੇ ਸਾਹਮਣੇ ਹੈ, ਗੋਡਣੀਆਂ ਟੇਕਦੇ ਸੀ ਇਹ ਲੋਕ। ਮੈਂ ਸਰਸੇ ਜਾ ਕੇ ਆਇਆ ਪਿਛਲੇ ਜਿਹੜਾ ਜੀ ਉਹ ਸ਼ਨੀਚਰਵਾਰ ਨੂੰ, ਉੱਥੇ ਉਹਦਾ ਕੋਈ ਨਾਂ ਤੱਕ ਲੈਣ ਦੇ ਵਾਸਤੇ ਜਿਹੜਾ ਜੀ ਉਸ ਏਰੀਆ ਦੇ ਵਿੱਚ ਤਿਆਰ ਨੀਗਾ ਜੀ। ਜਿਹੜੇ ਏਡੇ ਏਡੇ ਪਾਵਰਫੁਲ ਕੇ 6-6 ਸੂਬਿਆਂ ਦੇ ਮੁੱਖ ਮੰਤਰੀ ਲੇਟਣੀਆਂ ਕੱਢਦੇ ਸੀ ਉਹਨਾਂ ਦੇ ਮੂਹਰੇ, ਇਹ ਤਾਂ ਚੀਜ਼ ਹੀ ਕੁਛ ਨਹੀਂ ਜੀ। ਸੋ ਇਹ ਆਪਣੇ ਵਾਸਤੇ ਮੱਕੜੀ ਵਾਂਗੂ ਇੱਕ ਜਾਲ ਬੁਣੀ ਜਾ ਰਿਹਾ, ਉਹਦੇ ਵਿੱਚ ਹੀ ਇਹਨੇ ਜਿਹੜਾ ਜੀ ਉਹ ਫਸ ਜਾਣਾ। ਤੁਸੀਂ ਦੇਖਣਾ ਜੀ, ਕਿਉਂਕਿ ਅੱਤ ਖੁਦਾ ਦਾ ਜਿਹੜਾ ਉਹ ਵੈਰ ਹੁੰਦਾ, ਸਿਆਣੇ ਕਹਿੰਦੇ ਆ, ਇੰਨੀ ਅੱਤ ਨਹੀਂ ਚੁੱਕਣੀ ਜਿਹੜਾ ਦੀ ਉਹ ਚਾਹੀਦੀ। ਫਿਰ ਵੀ ਧਰਤੀ ਦੇ ਉੱਤੇ ਜਿਹੜਾ ਦੀ ਉਹ ਰਹੋ। ਬੜੇ ਵੱਡੇ ਵੱਡੇ ਸਿੰਗਰ ਹੋਏ ਆ ਜੀ, ਉਹਨਾਂ ਲੋਕਾਂ ਦੇ ਮੂਹਰੇ ਸਿਰ ਝੁਕਦੇ ਆ ਜਿਹੜੇ ਕਮਾਲ ਦੇ ਸਿੰਗਰ ਹੋਏ ਆ। ਉਹਨਾਂ ਨੇ ਕਦੀ ਫੁਕਰਪਣਾ ਨਹੀਂ ਜਿਹੜਾ ਦੀ ਉਹ ਕੀਤਾ। ਉਹਨਾਂ ਨੇ ਧਰਤੀ ਜਿਹੜੀ ਉਹ ਕਦੇ ਵੀ
ਛੱਡੀ ਨਹੀਂ ਜੀ। ਸੁਰਜੀਤ ਪਾਤਰ ਹੋਰੀ ਸ਼ਾਇਰੀ ਚ ਕਮਾਲ ਨੇ, ਦੇਬੀ ਮਖਸੂਸਪੁਰੀ ਹੋਰੀ ਸ਼ਾਇਰੀ ਚ ਕਮਾਲ ਨੇ। ਉਹਨਾਂ ਵਰਗੇ ਲਫ਼ਜ਼ ਜਿਹੜੇ ਕੌਣ ਲੱਭ ਕੇ ਲਿਆਊਗਾ? ਉਹਨਾਂ ਵਾਰਿਸ ਬ੍ਰਦਰ ਗਾਉਣ ਚ ਪੂਰੇ ਨੇ ਜੀ। ਵਾਰਿਸ ਬ੍ਰਦਰ ਹੋਇਆ, ਆ ਗੁਰਦਾਸ ਮਾਨ ਨੇ ਇੱਕ ਛੋਟੀ ਜੀ ਗਲਤੀ ਕੀਤੀ ਸੀ, ਤੁਸੀਂ ਦੇਖੋ ਕਿ ਉਹਨਾਂ ਨੇ ਕਿੰਨਾ ਨਾਮ ਕਮਾਇਆ ਸੀ, ਕਿੱਡੇ ਵੱਡੇ ਗਾਣੇ ਲਿਖੇ ਸੀ, ਕਿਸ ਤਹਿ ਤੱਕ ਪੰਜਾਬੀਅਤ ਦੀ ਉਹ ਪਹੁੰਚੇ ਸੀਗੇ। ਤੇ ਉਹ ਜਦੋਂ ਉਹਨਾਂ ਦੇ ਸਾਹਮਣੇ ਜਾਂਦੇ ਲੱਗੇ ਤਾਂ ਇਹਨੂੰ ਸਬਕ ਸਿੱਖਣਾ ਚਾਹੀਦਾ ਸੀ ਕੁਝ। ਬਿਲਕੁਲ ਬਿਲਕੁਲ ਨਹੀਂ ਸਿੱਖਿਆ ਜੀ। ਔਰ ਗੁਰਬਾਣੀ ਜਿਹੜੀ ਇਹਨਾਂ ਦੀ ਉਹ ਇਹ ਕਹਿੰਦੀ ਹੈ ਕਿ ਵਕਤ ਵਿਚਾਰੇ ਸੋ ਬੰਦਾ ਹੋਏ। ਜੇ ਜਿਹੜਾ ਵਕਤ ਜਿਹੜਾ ਨਾ ਵਿਚਾਰਿਆ ਤੇ ਇਹਨੂੰ ਭੁਗਤਣਾ ਪੈਣਾ। ਸਾਨੂੰ ਇਸ ਚੀਜ਼ ਦਾ ਵੀ ਅਫਸੋਸ ਹੈ ਕਿ ਅਜੇ ਇਹ ਚੜ੍ਹਦੀ ਉਮਰ ਦੇ ਵਿੱਚ ਹੈ, ਜ਼ਿੰਦਗੀ ਇਹਨੇ ਜਿਹੜੀ ਦੀ ਉਹ ਦੇਖਣੀ ਹੈ, ਪਰ ਜਿੰਨੇ ਕੇਸ ਇਹਦੇ ਆਲੇ ਦੁਆਲੇ ਹੋ ਗਏ ਐਡੀ ਛੇਤੀ ਖੜਾ ਨਹੀਂ ਛੁੱਟਣਾ ਚਾਹੀਦਾ। ਹਾਂ ਚਲੋ ਜੀ, ਪੰਨੂ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਲਈ ਇੰਨੇ ਬਿਜ਼ੀ ਸਕੈਜੂਲ 'ਚੋਂ ਸਮਾਂ ਕੱਢਿਆ। ਬਹੁਤ ਬਹੁਤ ਮਿਹਰਬਾਨੀ ਤੁਹਾਡੀ ਜੀ, ਚੜ੍ਹਦੀ ਕਲਾ। ਇਹ ਸੀਗੇ ਜੀ ਸਾਡੇ ਦੋ ਅੱਜ ਦੇ ਪੈਨਲਿਸਟ ਜਿਹੜੇ ਪੰਜਾਬੀ ਜੰਕਸ਼ਨ ਦੇ ਵਿੱਚ ਪਾਰਟੀਸਪੇਟ ਕਰਕੇ ਗਏ ਨੇ। ਇੱਕ ਸੀਗੇ ਕਾਨੂੰਨੀ ਤੌਰ ਤੇ ਇਸ ਕੇਸ ਬਾਰੇ ਦੱਸ ਕੇ, ਤੇ ਦੂਜੇ ਜਰਨਲਿਸਟ ਜਿਹੜੇ ਟੈਲੀਵਿਜ਼ਨ ਤੇ ਰੇਡੀਓ ਤੇ ਹਮੇਸ਼ਾ ਤੁਹਾਨੂੰ ਬੋਲਦੇ ਨਜ਼ਰ ਆਉਂਦੇ ਆ ਤੇ ਲਿਖਦੇ ਵੀ ਬਹੁਤ ਕਮਾਲ ਨੇ, ਹਰ ਮੁੱਦੇ ਨੂੰ ਚੱਕਣ ਦੀ ਕੋਸ਼ਿਸ਼ ਕਰਦੇ ਆ। ਥੈਂਕ ਯੂ, ਸਤਿ ਸ਼੍ਰੀ ਅਕਾਲ।